ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਸੁਮਨਪ੍ਰੀਤ ਕੌਰ। ਜਿਹੜੇ ਵੀ ਸਟੂਡੈਂਟਸ ਫਾਇਰਮੈਨ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਜਿਵੇਂ ਕਿ ਤੁਹਾਨੂੰ ਪਤਾ ਹੈ ਫਾਇਰਮੈਨ ਦਾ ਐਗਜ਼ਾਮ 1 ਅਕਤੂਬਰ ਨੂੰ ਹੋਣ ਜਾ ਰਿਹਾ ਹੈ, ਤਾਂ ਇਸ ਕਰਕੇ ਅਸੀਂ ਤੁਹਾਡੇ ਲਈ ਡੇਲੀ ਰਾਤ ਨੂੰ ਇੱਕ ਮੌਕ ਟੈਸਟ ਤਿਆਰ ਕੀਤਾ ਜਿਹੜਾ ਕਿ ਡੇਲੀ 8 ਵਜੇ ਹੋਵੇਗਾ। ਤੇ ਇਹ ਜਿਹੜੀ ਕਲਾਸ ਆ ਤੁਹਾਨੂੰ ਅਟੈਂਪਟ ਕਰਨ ਦੇ ਅਨੇਕਾਂ ਹੀ ਫਾਇਦੇ ਹੋਣਗੇ, ਕਿਉਂਕਿ ਇੱਕ ਤਾਂ ਇਹ ਫਾਇਦਾ ਹੈ ਕਿ ਇਹ ਆਲ ਸਬਜੈਕਟ ਮੌਕ ਟੈਸਟ ਆ, ਜਿਸ ਦੇ ਵਿੱਚ ਤੁਹਾਨੂੰ जीके ਦੇ ਪੈਟਰਨ ਵਗੈਰਾ ਪਤਾ ਲੱਗੇਗਾ, ਇੰਪੋਰਟੈਂਟ MCQ ਪਤਾ ਲੱਗਣਗੇ। ਇੰਪੋਰਟੈਂਟ MCQ ਤੁਹਾਨੂੰ ਮਿਲਣਗੇ ਜਿਹੜੇ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ PTPLS ਵੀ ਬੋਰਡ ਵੱਲੋਂ ਪਾਏ ਜਾਂਦੇ ਆ। ਇਸ ਤੋਂ ਇਲਾਵਾ ਮੈਥ ਤੇ ਰੀਜ਼ਨਿੰਗ ਦੇ ਕਨਸੈਪਟ ਤੁਹਾਨੂੰ ਸਿੱਖਣ ਨੂੰ ਮਿਲਣਗੇ, ਕਿਉਂਕਿ ਮੌਕ ਟੈਸਟ ਅਟੈਂਪਟ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਮੈਥ ਤੇ ਰੀਜ਼ਨਿੰਗ ਦੇ ਵਿੱਚ ਨਵਾਂ ਕੁਝ ਸਿੱਖਣ ਨੂੰ ਮਿਲੇਗਾ, ਉਹ ਵੀ ਇੱਕੋ ਵੀਡੀਓ ਦੇ ਵਿੱਚ ਤੇ ਆਲ ਸਬਜੈਕਟਸ ਦੇ ਵਿੱਚੋਂ, ਆਲ ਟੌਪਿਕ ਦੇ ਵਿੱਚੋਂ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਸੀਂ ਫਾਇਰਮੈਨ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਵੀਡੀਓ ਨੂੰ ਭੁੱਲ ਕੇ ਵੀ ਨਾ ਛੱਡਿਓ ਤੇ ਜਿੰਨਾ ਹੋ ਸਕੇ ਸ਼ੇਅਰ ਜ਼ਰੂਰ ਕਰ ਦੇਣਾ। ਤਾਂ ਸ਼ੁਰੂ ਕਰਦੇ ਹਾਂ ਜੀ ਅਸੀਂ ਕੁਐਸਚਨ ਨੰਬਰ 1। ਕਿਸ ਸਿੱਖ ਗੁਰੂ ਨੇ 1699 ਦੇ ਵਿੱਚ ਖਾਲਸਾ ਦੀ ਸਥਾਪਨਾ ਕੀਤੀ ਸੀ? ਹਾਂਜੀ, 1699 ਨੂੰ ਵਿਸਾਖੀ ਵਾਲੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਹਰ ਇੱਕ MCQ ਨੂੰ ਅਟੈਂਪਟ ਕਰਨ ਲਈ ਤੁਹਾਨੂੰ ਮੈਂ 3 ਸੈਕਿੰਡ ਦਵਾਂਗੀ। ਦੇਖੋ, ਇਸ MCQ ਦੀ ਜੇਕਰ ਆਪਾਂ ਡਿਟੇਲ ਦੇ ਵਿੱਚ ਗੱਲ ਕਰੀਏ, ਹੁਣ ਇਹ MCQ ਤਾਂ ਬਹੁਤ ਫੇਮਸ ਹੋ ਚੁੱਕਿਆ ਤੇ ਸਾਨੂੰ ਸਭ ਨੂੰ ਆਲਮੋਸਟ ਇਸ ਦਾ ਆਨਸਰ ਪਤਾ। ਜੇਕਰ ਉਹਨਾਂ ਨੇ ਘੁਮਾ ਫਿਰਾ ਕੇ ਪਾਉਣਾ ਹੋਵੇ ਤਾਂ ਇਸ ਨੂੰ ਇਸ ਤਰ੍ਹਾਂ ਪਾਇਆ ਜਾਵੇਗਾ ਕਿ ਖਾਲਸਾ ਪੰਥ ਦੀ ਸਥਾਪਨਾ ਵਾਲੇ ਦਿਨ ਉਹ ਪਹਿਲੇ ਪਿਆਰੇ ਕੌਣ ਸੀ ਜਿਨ੍ਹਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ? ਤਾਂ ਸਭ ਤੋਂ ਪਹਿਲਾਂ ਇਹ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦੇਣਾ ਚਾਹੁੰਦੀ ਹਾਂ, ਕਿਉਂਕਿ ਇਹ ਬਹੁਤ ਇੰਪੋਰਟੈਂਟ MCQ ਹੈ। ਇਸ ਨੂੰ ਕਿਸੇ ਵੀ ਤਰ੍ਹਾਂ ਘੁਮਾ ਫਿਰਾ ਕੇ ਐਗਜ਼ਾਮ ਦੇ ਵਿੱਚ ਪਾ ਸਕਦੇ ਆ। ਦੇਖੋ, 1699 ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਸਾਜਿਆ ਗਿਆ। ਇਸ ਦਿਨ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਮਨਾਉਣ ਦੇ ਲਈ ਬਹੁਤ ਗਿਣਤੀ ਦੇ ਵਿੱਚ ਸਿੱਖ ਪਹੁੰਚੇ ਸੀ, ਪਰ ਇਸ ਦਿਨ ਦਾ ਇਕੱਠ ਆਮ ਦਿਨਾਂ ਨਾਲੋਂ ਬਹੁਤ ਵੱਖਰਾ ਸੀ। ਕਿਉਂ? ਕਿਉਂਕਿ ਇਸ ਸਾਲ ਗੁਰੂ ਜੀ ਨੇ ਸੰਗਤ ਨੂੰ ਆਪ ਸੁਨੇਹਾ ਲਗਾਇਆ ਸੀ ਕਿ ਜਿੰਨੇ ਵੀ ਸਿੱਖ ਇਸ ਮੇਲੇ ਦੇ ਵਿੱਚ ਹਾਜ਼ਰ ਹੋ ਸਕਦੇ ਆ ਉਹ ਜ਼ਰੂਰ ਹੋਣ। ਤਾਂ ਗੁਰੂ ਜੀ ਨੇ ਜਦੋਂ ਸਵੇਰ ਦੀ ਪ੍ਰਾਰਥਨਾ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਸਿਰ ਤੋਂ ਪੈਰਾਂ ਤੱਕ ਕੇਸਰੀ ਬਾਣਾ ਪਹਿਨਿਆ ਹੋਇਆ ਸੀ, ਨੀਲੇ ਰੰਗ ਦਾ ਕਮਰਬੰਦ ਪਹਿਨਿਆ ਹੋਇਆ ਸੀ ਤੇ ਖੱਬੇ ਪਾਸੇ ਉਹਨਾਂ ਨੇ ਇੱਕ ਲੰਬੀ ਤਲਵਾਰ ਲਟਕਾਈ ਹੋਈ ਸੀ। ਤੇ ਗੁਰੂ ਸਾਹਿਬ ਨੇ ਇੱਕ ਤਲਵਾਰ ਕੱਢੀ, ਉਸ ਨੂੰ ਹਵਾ ਦੇ ਵਿੱਚ ਲਹਿਰਾਇਆ। ਫਿਰ ਉਸ ਭਾਰੀ ਇਕੱਠ ਦੇ ਵਿੱਚ ਉਹਨਾਂ ਨੇ 5 ਸਿਰਾਂ ਦੀ ਮੰਗ ਕੀਤੀ ਸੀ ਤੇ ਉਹਨਾਂ ਨੇ ਸ਼ਹਾਦਤ ਦੇ ਲਈ ਜਿਹੜੇ 5 ਸਿਰ ਮੰਗੇ ਸੀ। ਤਾਂ ਸਭ ਤੋਂ ਪਹਿਲਾਂ ਬਿਨਾਂ ਸੰਕੋਚ ਤੋਂ ਖੱਤਰੀ ਸਿੱਖ ਸੀ ਇੱਕ ਭਾਈ ਦਿਆ ਰਾਮ, ਉਹਨਾਂ ਨੇ ਆਪਣੇ ਆਪ ਨੂੰ ਸ਼ਹਾਦਤ ਦੇਣ ਲਈ ਪੇਸ਼ ਕਰ ਦਿੱਤਾ ਸੀ। ਤਾਂ ਗੁਰੂ ਜੀ ਨੇ ਉਹਨਾਂ ਨੂੰ ਬਾਹੋਂ ਫੜਿਆ, ਇੱਕ ਤੰਬੂ ਦੇ ਵਿੱਚ ਲੈ ਗਏ। ਮਗਰੋਂ ਸੰਗਤ ਨੇ ਤਲਵਾਰ ਨਾਲ ਕੁਛ ਚੀਰਨ ਦੀ ਆਵਾਜ਼ ਵੀ ਸੁਣੀ ਤੇ ਉਸ ਤੋਂ ਬਾਅਦ ਗੁਰੂ ਜੀ ਫਿਰ ਬਾਹਰ ਆਏ। ਫਿਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ 4 ਸਿਰਾਂ ਦੀ ਹੋਰ ਮੰਗ ਆ। ਉਹਨਾਂ ਦੀ ਤਲਵਾਰ ਦੇ ਜਿਹੜੇ ਖੂਨ ਦੇ ਛਿੱਟੇ ਵੀ ਲੱਗੇ ਹੋਏ ਸੀ ਤਾਜ਼ੇ। ਤੇ ਜਦੋਂ 4 ਸਿਰਾਂ ਦੀ ਉਹਨਾਂ ਨੇ ਮੰਗ ਕੀਤੀ ਤਾਂ ਦਿੱਲੀ ਤੋਂ ਇੱਕ ਜੱਟ ਧਰਮਦਾਸ, ਦਵਾਰਕਾ ਤੋਂ ਛਪਾਈ ਰੰਗਾਈ ਦਾ ਕੰਮ ਕਰਨ ਵਾਲੇ ਮੌਕਮ ਦਾਸ ਤੇ ਜਗਨਨਾਥ ਤੋਂ ਇੱਕ ਮਸਕੀ ਹਿੰਮਤ ਸਿੰਘ ਅਤੇ ਬਿੱਦਰ ਤੋਂ ਇੱਕ ਨਾਈ ਸੀ ਸਾਹਿਬ ਚੰਦ, ਇਹ ਖੜੇ ਹੋ ਗਏ ਸੀ। ਠੀਕ ਹੈ, ਤਾਂ ਹੁਣ ਤੁਸੀਂ ਯਾਦ ਰੱਖਣਾ ਕਿ ਗੁਰੂ ਜੀ ਨੇ ਫਿਰ ਕੀ ਕੀਤਾ ਸੀ ਕਿ ਇਹਨਾਂ 5 ਪਿਆਰਿਆਂ ਨੂੰ, 5 ਸਿੰਘਾਂ ਨੂੰ ਆਪਣੇ ਇਕੱਠ ਦੇ ਸਾਹਮਣੇ ਇਹਨਾਂ ਨੂੰ ਲੈ ਕੇ ਪ੍ਰਗਟ ਹੋਏ ਤੇ ਇਹਨਾਂ 5 ਸਿੰਘਾਂ ਨੇ ਵੀ ਆਪਣੇ ਕੇਸਰੀ ਬਾਣੇ ਪਹਿਨੇ ਹੋਏ ਸੀਗੇ, ਨੀਲੀ ਦਸਤਾਰ ਅਤੇ ਕਮਰ ਪੱਟੀ ਪਹਿਨੀ ਹੋਈ ਸੀ। ਫਿਰ ਗੁਰੂ ਜੀ ਨੇ ਬਾਣੀ ਪੜ੍ਹਦੇ ਹੋਏ ਖੰਡੇ ਨਾਲ ਹਿਲਾ ਕੇ ਉਹਨਾਂ ਨੂੰ, ਸਿੱਖਾਂ ਨੂੰ ਅੰਮ੍ਰਿਤ ਛਕਾਇਆ। ਗੁਰੂ ਸਾਹਿਬ ਨੇ ਇਹਨਾਂ 5 ਪਿਆਰਿਆਂ ਨੂੰ ਖਾਲਸਾ ਘੋਸ਼ਿਤ ਕੀਤਾ ਤੇ ਹਰ ਸਿੱਖ ਜਿਸ ਦੇ ਜਿਹੜਾ ਸਿੱਖ ਨਾਰਾ ਉਸ ਦੇ ਪਿੱਛੇ ਸਿੰਘ ਲਗਾਇਆ ਅਤੇ ਹਰ ਮਤਲਬ ਕਹਿ ਸਕਦੇ ਔਰਤ ਦੇ ਨਾਮ ਦੇ ਮਗਰ ਕੌਰ ਲਗਾਉਣ ਦੀ ਘੋਸ਼ਣਾ ਕੀਤੀ ਸੀ ਤੇ 5 ਕਰਾਰ, ਕੇਸ, ਕੰਗਾ, ਕੜਾ, ਕਸ਼ਹਿਰਾ ਅਤੇ ਕਿਰਪਾਨ ਧਾਰਨ ਕਰਨ ਦਾ ਹੁਕਮ ਦਿੱਤਾ ਸੀ। ਗੁਰੂ ਜੀ ਨੇ ਪਹਿਲਾਂ ਉਹਨਾਂ ਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਉਹਨਾਂ ਤੋਂ ਆਪ ਅੰਮ੍ਰਿਤ ਛਕਿਆ ਅਤੇ ਆਪਣਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰੱਖ ਲਿਆ ਸੀ। ਹੁਣ ਗਵਰਨਮੈਂਟ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਤੁਹਾਨੂੰ ਕੁਐਸਚਨ ਘੁਮਾ ਫਿਰਾ ਕੇ ਆ ਸਕਦਾ ਕਿ ਪਹਿਲੇ ਪਿਆਰੇ ਕੌਣ ਸੀ ਜਿਨ੍ਹਾਂ ਨੂੰ
गुरु गोबिंद सिंह जी ने अमृत छकाया सी तो सी जी भाई दयाल सिंह, दूसरे सी भाई धर्म सिंह, तीसरे सी भाई मोहकम सिंह, चौथे सी भाई साहिब सिंह, पंजवें सी भाई हिम्मत सिंह। अगला प्रश्न असीं करते हैं, गुरुद्वारा दुख निवारण साहिब कित्थे स्थित है? हाँ जी, गुरुद्वारा दुख निवारण साहिब पटियाला दे विच स्थित है। हुण तुसीं सोचोगे गुरुद्वारे तां बहुत ने, सानू किवें पता लगूगा? तां डिपेंड करदा है ऑप्शन ते, ठीक है। पटियाला हुण इत्थे राइट आंसर है साडा। अगला प्रश्न, सिखां दा तिहार किहड़ा तिहार है जिहड़ा कि श्री गुरु नानक देव जी के जन्म दिन के रूप में मनाया जाता है? उम्मीद करदी हां कि इसका आंसर तुहानूं सारिआं नूं पता होना। जल्दी नाल आंसर कमेंट बॉक्स दे विच सेंड करो। तो राइट आंसर है ऑप्शन नंबर सी, गुरपुरब। गुरपुरब तिहार श्री गुरु नानक देव जी के जन्म दिन के रूप में मनाया जाता है। अगला प्रश्न, हेठां दित्तिआं विचों किहड़ा सिख धर्म का एक जोधा फिरका है? वेरी इंपॉर्टेंट। हाँ जी, सिख धर्म का एक जोधा फिरका है निहंग। ऑप्शन नंबर बी इज द राइट आंसर। अगला प्रश्न, पूर्वी प्रांत पंजाब का नाम पंजाब कदों रखा गया? हाँ जी, पूर्वी प्रांत पंजाब, पूर्वी पंजाब प्रांत जां कह सकते राज का नाम पंजाब रखा गया सी 1950 दे विच। ऑप्शन नंबर ए इज द राइट आंसर। अगला प्रश्न, पंजाब विच रोशनी का मेला हर साल किहड़े जिले विच लगदा है? हाँ जी, पंजाब दे विच रोशनी का मेला हर साल जगराऊं लगदा है, ठीक है। तो जगराऊं किहड़े जिले दे विच पैंदा है? लुधियाना दे विच। जगरावां दी रोशनी तुसीं सुनिया होना, फेमस आ। ऑप्शन बी इज द राइट आंसर। अगला प्रश्न, पंजाब दे दक्खण विच किहड़ा राज स्थित है? हाँ जी, पंजाब दे दक्खण दे विच किहड़ा राज स्थित है जी? पंजाब दे दक्खण दे विच हरियाणा। ऑप्शन नंबर ए इज द राइट आंसर। अगला प्रश्न, पंजाब दा किहड़ा शहर सिटी ब्यूटीफुल दे नाम नाल जानिया जांदा है? हाँ जी, सिटी ऑफ ब्यूटीफुल दे नाम नाल जानिया जाण वाला शहर इन्हां विचों किहड़ा है? तां राइट आंसर है जी ऑप्शन नंबर डी, चंडीगढ़। अगला प्रश्न, भारत के संविधान की किहड़ी अनुसूची विच 22 भाषावां नूं अधिकारत भाषावां वजों मानता प्राप्त है? जदों भी भाषावां की गल हो जाए, MCQ किसी भी तरह कमा फरा के पा सकता, जिमें कि तुहानूं हुण भी दिख रहा है। ये भी पा सकता कि भाषावां संबंधी जानकारी सानूं किहड़ी अनुसूची दे विच मिलदी है, ठीक है। जां फिर होर किसी भी तरह जिहड़ा मैं बोलिया कि भाषावां संबंधी जानकारी किहड़ी अनुसूची विच मिलदी है, तो सानूं सबनूं पता। पर जे उहने घुमा फिरा के पाया तो यह पाया कि पंजाब दे संविधान की किहड़ी अनुसूची विच 22 भाषावां नूं अधिकारत भाषावां वजों मानता प्राप्त है, तो वह है जी 8वीं दे विच। ऑप्शन नंबर सी इज द राइट आंसर। अगला प्रश्न, इन्हां विचों कौन आम चोणां तो बाद दे पहले सैशन अते हर साल दे पहले सैशन की शुरुआत समय लोक सभा नूं संबोधित करता है? हाँ जी, देखो आम चोणां तो बाद हो गया, जां फिर आम चोणां दे पहले सैशन दे विच लोक सभा नूं संबोधित करता है, जां हर साल पहले सैशन की शुरुआत दे विच लोक सभा नूं संबोधित करता है भारत का राष्ट्रपति? ऑप्शन नंबर ए इज द राइट आंसर। तो एट प्रेजेंट साडे भारत के राष्ट्रपति कौन ने, ये तुसीं कमेंट बॉक्स दे विच लिखोगे। अगला प्रश्न, दिल्ली कोल एक राज दियां सारियां विधानक शक्तियां हन सिवाय एक दे? हाँ जी, दिल्ली दे कोल एक राज दियां सारियां ही विधानक शक्तियां हन सिवाय किस दे बिना सारियां शक्तियां ने? तां पुलिस अते भूमि तो इलावा दिल्ली दे कोल सारियां ही विधानक शक्तियां ने। ऑप्शन नंबर ए इज द राइट आंसर। अगला प्रश्न है जी, भारत के संविधान की किहड़ी अनुच्छेद राष्ट्रपति नूं सुप्रीम कोर्ट की राय लैण लई अधिकारित करती है? देखो वैसे तो राष्ट्रपति है जिहड़ा वो भारत का पहला नागरिक हुंदा, उहदा मन्निया गया हरेक लिया गया फैसला हरेक दे लई अहम हुंदा। पर भारत के संविधान की अनुसूची भारत के संविधान का आर्टिकल 143 ये कहता है कि भारतीय संविधान का जिहड़ा भारत का जिहड़ा राष्ट्रपति आ वो सुप्रीम कोर्ट की राय लै सकता है, ठीक है। ऑप्शन नंबर
सी इज़ द राइट आंसर कि जेकर उन्होंने किसी भी काम दे विच डाउट होवे जां कोई ਉਹ ਕਿਸੇ ਦੀ ਰਾਏ ਲੈਣਾ ਚਾਹੁੰਦਾ है ਤਾਂ ਭਾਰਤ ਦਾ ਜਿਹੜਾ ਰਾਸ਼ਟਰਪਤੀ ਹੈ ਉਹ ਸੁਪਰੀਮ ਕੋਰਟ ਦੀ ਰਾਏ ਲੈ ਸਕਦਾ ਹੈ। ਠੀਕ ਹੈ, ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਹੈ। ਅਗਲਾ ਪ੍ਰਸ਼ਨ, ਭਾਰਤ ਦੇ ਸੰਵਿਧਾਨ ਦਾ ਕਿਹੜਾ ਵਿਧਾਨ ਸਵੈ ਦੋਸ਼ ਲਗਾਉਣ ਤੋਂ ਸੁਤੰਤਰਤਾ ਦਿੰਦਾ ਹੈ? ਹਾਂਜੀ, ਸਵੈ ਦੋਸ਼। ਸਵੈ ਦੋਸ਼ ਦਾ ਮਤਲਬ ਕੀ ਹੈ? ਜਿਹਨੇ ਆਪ ਅਪਰਾਧ ਕੀਤਾ ਹੋਵੇ, ਆਪਣਾ ਜਿਹੜਾ ਗੁਨਾਹ ਵਾ ਉਹ ਮੰਨਣਾ ਹੋਵੇ। ਤਾਂ ਭਾਰਤ ਦੇ ਸੰਵਿਧਾਨ ਦਾ ਕਿਹੜਾ ਵਿਧਾਨ ਆ ਜਿਹੜਾ ਸਵੈ ਦੋਸ਼ ਲਗਾਉਣ ਤੋਂ ਸੁਤੰਤਰਤਾ ਦਿੰਦਾ ਹੈ? ਤਾਂ ਆਰਟੀਕਲ 20 ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੈ ਆਰਟੀਕਲ ਜਿਹੜੇ 12 ਤੋਂ 35 ਆ ਇਹ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਆ। ਠੀਕ ਹੈ, ਤੇ ਜਿਹੜਾ ਆਰਟੀਕਲ 20 ਆ ਇਹ ਸਵੈ ਦੋਸ਼ ਲਗਾਉਣ ਤੋਂ ਸੁਤੰਤਰਤਾ ਦਿੰਦਾ ਹੈ, ਆਪਣੇ ਵਿਰੋਧ ਗਵਾਹ। ਠੀਕ ਹੈ, ਹਾਂਜੀ ਅਗਲਾ ਪ੍ਰਸ਼ਨ ਆ, ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਭਾਰਤੀ ਸੰਵਿਧਾਨ ਦੀ ਅਨੁਛੇਦ 22 ਨਾਗਰਿਕਾਂ ਨੂੰ ਕੀ ਪ੍ਰਦਾਨ ਕਰਦੀ ਆ? ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜਿਹੜੇ ਮੌਲਿਕ ਅਧਿਕਾਰ ਆ, ਠੀਕ ਹੈ, ਭਾਗ 3 ਦੇ ਵਿੱਚ ਦਰਜ ਆ ਤੇ ਇਹਨਾਂ ਦੀ ਜਿਹੜੀ ਆਰਟੀਕਲ 22 ਆ ਉਹ ਕੀ ਪ੍ਰਦਾਨ ਕਰਦੀ ਆ ਨਾਗਰਿਕਾਂ ਨੂੰ? ਇਹਨਾਂ ਵਿੱਚੋਂ ਤਾਂ ਜਿਹੜਾ ਆਰਟੀਕਲ 22 ਆ ਉਹ ਕੁਝ ਸਥਿਤੀਆਂ ਦੇ ਵਿੱਚ ਗ੍ਰਿਫਤਾਰੀ ਅਤੇ ਨਜ਼ਰਬੰਦੀ ਵਿਰੋਧ ਸੁਰੱਖਿਆ ਪ੍ਰਦਾਨ ਕਰਦੀ ਆ ਨਾਗਰਿਕਾਂ ਨੂੰ। ਕੁਝ ਸਥਿਤੀਆਂ ਦੇ ਵਿੱਚ ਗ੍ਰਿਫਤਾਰੀ ਅਤੇ ਨਜ਼ਰਬੰਦੀ ਦੇ ਵਿਰੋਧ ਜਿਹੜੀ ਜਾਣਕਾਰੀ ਆ ਉਹ ਸਾਨੂੰ ਆਰਟੀਕਲ 22 ਦੇ ਵਿੱਚ ਮਿਲਦੀ ਆ। ਠੀਕ ਹੈ ਜੀ, ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਹੈ। ਅਗਲਾ ਪ੍ਰਸ਼ਨ, ਸਭ ਤੋਂ ਪ੍ਰਾਚੀਨ ਵੇਦ ਕਿਹੜਾ ਹੈ? ਹਾਂਜੀ, ਆਰੀਆ ਦਾ ਲਾ ਲਓ ਜਾਂ ਵੈਸੇ ਲਗਾ ਲਓ ਕਿ ਸਭ ਤੋਂ ਪ੍ਰਾਚੀਨ ਵੇਦ ਕਿਹੜਾ ਹੈ? ਤਾਂ ਸਭ ਤੋਂ ਜੋ ਪ੍ਰਾਚੀਨ ਵੇਦ ਆ ਜੀ ਸਾਡਾ ਉਹ ਹੈਗਾ ਵਾ ਕਿਹੜਾ ਵੇਦ ਆ? ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਕਿਉਂਕਿ ਉਮੀਦ ਕਰਦੀ ਹਾਂ ਕਿ ਇਸ ਦਾ ਆਨਸਰ ਤੁਹਾਨੂੰ ਸਭ ਨੂੰ ਪਤਾ ਹੋਵੇਗਾ। ਤੇ ਜਿਹੜੇ ਵੀ ਸਟੂਡੈਂਟਸ, ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹਾਂਗੀ ਕਿ ਜੇਕਰ ਤੁਹਾਨੂੰ ਇੱਥੇ ਤੱਕ ਵੀਡੀਓ ਪਸੰਦ ਆਈ ਆ ਤਾਂ ਪਲੀਜ਼ ਵੀਡੀਓ ਦਾ ਲਿੰਕ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿੱਤਾ ਜਾਵੇ। ਤੇ ਆਪਣਾ ਜੋ ਇਹ ਆਨਸਰ ਹੈ ਇਸ ਤੋਂ ਮੈਂ ਸਭ ਤੋਂ ਹੀ ਉਮੀਦ ਕਰਦੀ ਹਾਂ ਕਿ ਸਭ ਨੂੰ ਇਸ ਦਾ ਆਨਸਰ ਪਤਾ ਹੋਵੇਗਾ ਕਿਉਂਕਿ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਤੇ ਅਸੀਂ ਪੜ੍ਹਦੇ ਵੀ ਆਏ ਆ ਹਰੇਕ ਕਲਾਸ ਦੇ ਵਿੱਚ ਹੀ ਆ। ਸਾਨੂੰ SST ਦੇ ਵਿੱਚ ਦੇਖੋ ਜਿਹੜਾ ਰਿਗਵੇਦ ਆ ਇਹ ਸਾਡਾ ਸਭ ਤੋਂ ਪ੍ਰਾਚੀਨ ਵੇਦ ਆ। ਠੀਕ ਹੈ ਜੀ, ਆਪਸ਼ਨ ਨੰਬਰ ਇੱਥੇ ਰਾਈਟ ਆਨਸਰ ਹੈ ਸਾਡਾ ਏ ਰਿਗਵੇਦ। ਠੀਕ ਹੈ, ਜੇਕਰ ਆਪਾਂ ਵੇਦਾਂ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਜਦੋਂ ਆਪਾਂ ਇੱਕ ਹਿਸਟਰੀ ਦੀ ਸੀਰੀਜ਼ ਸ਼ੁਰੂ ਕੀਤੀ ਸੀ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਡਿਟੇਲ ਦੇ ਵਿੱਚ ਕਰਵਾਇਆ ਸੀ ਕਿ ਕਿਹੜਾ ਵੇਦ ਕਿਸ ਦੇ ਨਾਲ ਸੰਬੰਧਿਤ ਆ, ਕਿਉਂਕਿ ਇਹ ਅਕਸਰ ਪੁੱਛ ਲਿਆ ਜਾਂਦਾ ਹੈ ਵੇਦਾਂ ਦੇ ਬਾਰੇ, ਤਾਂ ਇਹ ਸਾਨੂੰ ਪਤਾ ਹੋਣਾ ਜ਼ਰੂਰੀ ਵੀ ਆ। ਤੇ ਇੱਕ ਤਰ੍ਹਾਂ ਨਾਲ ਜੇਕਰ ਆਪਾਂ ਕਹੀਏ ਕਿ ਰਿਗਵੇਦ ਦੀ ਜੇਕਰ ਆਪਾਂ ਗੱਲ ਕਰੀਏ, ਚਲੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਰਿਗਵੇਦ ਦੀ ਹੋਈ। ਜਿਵੇਂ ਕਿ ਤੁਹਾਨੂੰ ਪਤਾ ਹੈ ਇਹ ਕੁਝ ਕਾਵ ਤੋਟ ਕਹਿ ਸਕਦੇ ਹਾਂ, ਕਾਵ ਤੋਟੇ, ਠੀਕ ਹੈ, ਉਹਨਾਂ ਦਾ ਸਮੂਹ ਆ ਰਚਨਾਵਾਂ ਦਾ। ਰਿਗਵੇਦ ਆ ਜਿਹੜਾ ਇਹ ਮੰਤਰਾਂ ਅਤੇ ਰਚਨਾਵਾਂ ਦਾ ਸਮੂਹ ਆ। ਸਮਵੇਦ ਆ ਜਿਹੜਾ ਇਹ ਗਾਉਣ ਵਾਲੀਆਂ ਰਚਨਾਵਾਂ ਦਾ ਸਮੂਹ ਆ। ਅਥਰਵੇਦ ਆ ਜਿਹੜਾ ਜਾਦੂ ਟੂਣਾ ਦੱਸਿਆ ਹੋਇਆ ਇਹਦੇ ਵਿੱਚ। ਤੇ ਇੱਕ ਹੁੰਦਾ ਯਜੁਰਵੇਦ, ਇਹ ਜੱਗਾਂ ਦੀ ਗੱਲ ਆ ਜਿਹੜੀ ਇਹਦੇ ਵਿੱਚ ਕੀਤੀ ਗਈ ਹੈ ਕਿ ਉਸ ਸਮੇਂ ਜੱਗ ਲੱਗਦੇ ਸੀ, ਕਰਮ ਕਾਂਡ ਹੁੰਦੇ ਸੀ। ਠੀਕ ਹੈ, ਤਾਂ ਇਹ ਗੱਲ ਹੋਈ ਹੈ ਇਹਦੇ ਵਿੱਚ, ਜਿਵੇਂ ਆਪਾਂ ਕਹਿ ਦਿੰਦੇ ਹਾਂ ਉੱਥੇ ਚੌਲਾਂ ਦਾ ਜੱਗ ਲੱਗਿਆ। ਠੀਕ ਹੈ, ਇੱਦਾਂ ਰਿਗਵੇਦ ਦੇ ਵਿੱਚ ਦੇਵਤਿਆਂ ਨੂੰ ਸਮਰਪਿਤ ਮੰਤਰ ਆ। ਸਮਵੇਦ ਦੇ ਵਿੱਚ ਗਾਉਣ ਵਾਲੀਆਂ ਰਚਨਾਵਾਂ ਨੇ ਜਿਵੇਂ ਕਿ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਅਗਲਾ ਪ੍ਰਸ਼ਨ ਆ, ਬਿਹਾਰ ਦੇ ਰਾਜਪਾਲ ਕੌਣ ਹਨ? ਹਾਂਜੀ, ਬਿਹਾਰ ਦੇ ਰਾਜਪਾਲ ਕੌਣ ਨੇ? ਪਹਿਲਾਂ ਬਿਹਾਰ ਦੇ ਰਾਜਪਾਲ ਸੀ ਫਗੂ ਚੌਹਾਨ। ਹੁਣ ਜਿਵੇਂ ਕਿ ਤੁਹਾਨੂੰ ਪਤਾ ਹੈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਜਪਾਲ ਆ ਜਿਹੜੇ 12 ਰਾਜਾਂ ਦੇ ਚੇਂਜ ਕੀਤੇ ਆ, ਤਾਂ ਹੁਣ ਰਜਿੰਦਰ ਵਿਸ਼ਵਨਾਥ ਆਰਲੇਕਰ ਬਿਹਾਰ ਦੇ ਰਾਜਪਾਲ ਬਣੇ ਆ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਲਦਾਖ ਦੀ ਰਾਜਧਾਨੀ ਕਿਹੜੀ ਹੈ? ਹਾਂਜੀ, ਲਦਾਖ ਦੀ ਜਿਹੜੀ ਰਾਜਧਾਨੀ ਆ ਕੈਪੀਟਲ ਆ, ਲਦਾਖ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਆ, ਇਸ ਦੀ ਕੈਪੀਟਲ ਆ ਲੇਹ। ਤੇ ਇੱਥੋਂ ਦੇ ਨਵੇਂ ਲਿਊਟੀਨੇਟ ਗਵਰਨਰ ਬਣੇ ਆ ਬ੍ਰਿਗੇਡੀਅਰ BD ਮਿਸਰਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਮਹਿਮੂਦ ਗਜ਼ਨਵੀ ਨੇ ਭਾਰਤ ਤੇ ਕਿੰਨੇ ਹਮਲੇ ਕੀਤੇ? ਵੈਰੀ ਇੰਪੋਰਟੈਂਟ ਐਂਡ ਵੈਰੀ ਫੇਮਸ MCQ ਹੈ ਇਹ। ਮਹਿਮੂਦ ਗਜ਼ਨਵੀ ਇਹਨਾਂ ਨੇ ਭਾਰਤ ਤੇ 17 ਹਮਲੇ ਕੀਤੇ ਆ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਵਰਤਮਾਨ ਸਮੇਂ ਵਿੱਚ ਖਿਦਰਾਣੇ ਦੀ ਢਾਬ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਹਾਂਜੀ, ਐਟ ਪ੍ਰੈਜ਼ੈਂਟ ਖਿਦਰਾਣੇ ਦੀ ਢਾਬ ਦਾ ਜਿਹੜਾ ਦੇਖੋ ਤੁਸੀਂ ਮੁਕਤਸਰ ਦਾ ਪੁਰਾਣਾ ਨਾਮ ਕੀ ਸੀ? ਖਿਦਰਾਣੇ ਦੀ ਢਾਬ। ਠੀਕ ਹੈ, ਖਿਦਰਾਣੇ ਦੀ ਢਾਬ ਜਦੋਂ ਸਾਡੇ 40 ਮੁਕਤੇ ਸ਼ਹੀਦ ਹੋਏ ਆ ਉਸ ਟਾਈਮ ਇਹਨਾਂ ਨੂੰ ਮੁਕਤਸਰ ਦਾ ਨਾਮ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਨੂੰ। ਠੀਕ ਹੈ, ਖਿਦਰਾਣੇ ਦੀ ਢਾਬ ਨੂੰ।
ਤਾਂ ਮੁਕਤਸਰ ਦਾ ਪੁਰਾਣਾ ਨਾਮ ਕੀ ਹੈ? ਖਿਦਰਾਣੇ ਦੀ ਢਾਬ। ਇਹ ਵੀ ਇੰਪੋਰਟੈਂਟ ਆ, ਤੁਸੀਂ ਯਾਦ ਰੱਖਣਾ। MCQ ਕਿਸੇ ਵੀ ਤਰ੍ਹਾਂ ਘੁਮਾ ਫਿਰਾ ਕੇ ਆ ਸਕਦਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਸ਼੍ਰੀ ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਕੀ ਸੀ? ਹਾਂਜੀ, ਵੈਰੀ ਇੰਪੋਰਟੈਂਟ। ਤਿਆਗਮੱਲ ਬਚਪਨ ਦਾ ਨਾਮ ਸੀਗਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ। ਭਾਈ ਲਹਿਣਾ ਜੀ ਬਚਪਨ ਦਾ ਨਾਮ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ। ਸ਼੍ਰੀ ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਸੀ ਭਾਈ ਜੇਠਾ ਜੀ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਤੇ ਭਾਈ ਜੇਤਾ ਜੀ ਕੌਣ ਸੀ? ਇਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕ ਕੇ ਲੈ ਕੇ ਆਏ ਸੀ ਆਨੰਦਪੁਰ ਸਾਹਿਬ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਤੇ ਜਦੋਂ ਇਹ ਚੱਕ ਕੇ ਲੈ ਕੇ ਆਏ ਸੀ ਉਹਨਾਂ ਦਾ ਪਵਿੱਤਰ ਸੀਸ, ਤਾਂ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਰੰਗਰੇਟਾ ਗੁਰੂ ਕਾ ਬੇਟਾ, ਕਿ ਤੂੰ ਹੀ ਗੁਰੂ ਦਾ ਅਸਲੀ ਬੇਟਾ ਹੈ। ਰੰਗਰੇਟਾ ਇਹਨਾਂ ਦੀ ਜਾਤ ਸੀ। ਅੱਗੇ ਆ ਸੰਪਤ ਸਿੱਧੂ ਵਿੱਚ ਕਿੰਨੀਆਂ ਨਦੀਆਂ ਸਨ? ਹਾਂਜੀ, ਸੰਪਤ ਸਿੱਧੂ ਨਾਮ ਤੋਂ ਹੀ ਪਤਾ ਲੱਗਦਾ, ਸੰਪਤ ਸਿੰਧੂ, ਇਸ ਦੇ ਵਿੱਚ ਸਨ 7 ਨਦੀਆਂ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਕਿਹੜੀਆਂ ਕਿਹੜੀਆਂ? ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ, ਕਿਉਂਕਿ ਪੁਰਾਣੀਆਂ ਨਦੀਆਂ ਦੇ ਨਾਮ ਸਾਨੂੰ ਮੋਸਟਲੀ ਸਭ ਨੂੰ ਪਤਾ ਹੁੰਦਾ। ਅਗਲਾ ਪ੍ਰਸ਼ਨ ਆ, ਚੰਡੀਗੜ੍ਹ ਕਿਸ ਪਹਾੜੀ ਦੇ ਪੈਰਾਂ ਵਿੱਚ ਸਥਿਤ ਹੈ? ਹਾਂਜੀ, ਚੰਡੀਗੜ੍ਹ ਕਿਹੜੀ ਪਹਾੜੀ ਦੇ ਪੈਰਾਂ ਵਿੱਚ ਸਥਿਤ ਆ? ਵੈਰੀ ਵੈਰੀ ਇੰਪੋਰਟੈਂਟ। ਸ਼ਿਵਾਲਿਕ ਰੇਂਜ ਦੇ ਪੈਰਾਂ ਦੇ ਵਿੱਚ ਸਥਿਤ ਆ ਚੰਡੀਗੜ੍ਹ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਚੰਡੀਗੜ੍ਹ ਦਾ ਪ੍ਰਸ਼ਾਸਨ ਕੌਣ ਚਲਾਉਂਦਾ ਹੈ? ਹਾਂਜੀ, ਦੇਖੋ ਚੰਡੀਗੜ੍ਹ ਦਾ ਪ੍ਰਸ਼ਾਸਨ ਜਾਂ ਚੰਡੀਗੜ੍ਹ ਦਾ ਪ੍ਰਬੰਧਕ ਕੌਣ ਹੁੰਦਾ? ਜੋ ਵੀ ਪੰਜਾਬ ਦਾ ਰਾਜਪਾਲ ਹੁੰਦਾ ਉਹੀ ਚੰਡੀਗੜ੍ਹ ਦਾ ਪ੍ਰਬੰਧਕ ਹੁੰਦਾ। ਠੀਕ ਹੈ, ਉਹੀ ਚੰਡੀਗੜ੍ਹ ਦਾ ਪ੍ਰਸ਼ਾਸਨ ਚਲਾਉਂਦਾ। ਤਾਂ ਆਪਸ਼ਨ ਨੰਬਰ ਇੱਥੇ ਬੀ ਰਾਈਟ ਆਨਸਰ ਹੋਵੇਗਾ, ਪੰਜਾਬ ਦਾ ਰਾਜਪਾਲ। ਅਗਲਾ ਪ੍ਰਸ਼ਨ, ਪੰਜਾਬ ਨਾਲ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹੱਦ ਲੱਗਦੀ ਹੈ? ਹਾਂਜੀ, ਪੰਜਾਬ ਦੇ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਲੱਗਦੇ ਆ। ਕਿੰਨੇ ਲੱਗਦੇ ਆ? ਜਲਦੀ ਨਾਲ ਆਨਸਰ ਕਮੈਂਟ ਬਾਕਸ ਦੇ ਵਿੱਚ ਸੈਂਡ ਕਰੋ, ਕਿਉਂਕਿ ਬਹੁਤ ਇੰਪੋਰਟੈਂਟ MCQ ਆ। ਜੋ ਮੈਂ ਫੈਕਟ ਦੱਸਣ ਵਾਲੀ ਹਾਂ ਉਸ ਤੋਂ ਵੀ ਇੰਪੋਰਟੈਂਟ ਆ। ਪੰਜਾਬ ਦੇ ਵਿੱਚ ਪਹਿਲਾਂ ਤੁਹਾਨੂੰ ਆਉਂਦਾ ਹੁੰਦਾ ਸੀ ਕਿ ਪੰਜਾਬ ਦੇ ਨਾਲ ਕਿੰਨੇ ਰਾਜਾਂ ਦੀ ਹੱਦ ਲੱਗਦੀ ਹੈ। ਠੀਕ ਹੈ, ਰਾਜਾਂ ਦੀ ਇਹ ਪਹਿਲਾਂ ਆਉਂਦਾ ਹੁੰਦਾ ਸੀ, ਉਸ ਟਾਈਮ ਇਹਦਾ ਆਨਸਰ ਹੁੰਦਾ ਸੀ 4। ਹੁਣ ਜਿਵੇਂ ਕਿ ਤੁਹਾਨੂੰ ਪਤਾ ਹੈ ਜੰਮੂ ਕਸ਼ਮੀਰ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਚੁੱਕਿਆ ਹੈ। ਠੀਕ ਹੈ, ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਚੁੱਕਿਆ ਜੰਮੂ ਕਸ਼ਮੀਰ। ਤਾਂ ਜੰਮੂ ਕਸ਼ਮੀਰ ਆ ਜਿਹੜਾ ਉਹ ਇੱਧਰ ਆ ਗਿਆ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ। ਰਾਜ ਰਹਿ ਗਏ 3, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ। ਠੀਕ ਹੈ, ਇਹ 3 ਰਾਜ ਆ ਜਿਨ੍ਹਾਂ ਦੀ ਹੱਦ ਲੱਗਦੀ ਆ ਪੰਜਾਬ ਦੇ ਨਾਲ। ਤੇ ਜੇਕਰ ਆਪਾਂ ਗੱਲ ਕਰੀਏ ਕੇਂਦਰ ਸ਼ਾਸਿਤ ਪ੍ਰਦੇਸ਼ ਕਿੰਨੇ ਆ? 2 ਆ। ਕਿਹੜੇ ਕਿਹੜੇ? ਚੰਡੀਗੜ੍ਹ ਅਤੇ ਜੰਮੂ ਕਸ਼ਮੀਰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਜੇਕਰ ਦੇਸ਼ ਆ ਜੀ ਤਾਂ ਦੇਸ਼ ਆ ਇੱਕ, ਕਿਹੜਾ? ਪਾਕਿਸਤਾਨ। ਅਗਲਾ ਪ੍ਰਸ਼ਨ, ਪੰਜਾਬ ਦੇ ਗ੍ਰਹਿ ਮੰਤਰੀ ਕੌਣ ਹਨ? ਹਾਂਜੀ, ਐਟ ਪ੍ਰੈਜ਼ੈਂਟ ਪੰਜਾਬ ਦੇ ਗ੍ਰਹਿ ਮੰਤਰੀ ਕੌਣ ਆ? ਪੰਜਾਬ ਦਾ ਗ੍ਰਹਿ ਮੰਤਰਾਲਾ, ਪੰਜਾਬ ਦਾ ਜੇਲ੍ਹ ਵਿਭਾਗ। ਠੀਕ ਹੈ, ਤੇ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੌਣ ਨੇ? ਭਗਵੰਤ ਸਿੰਘ ਮਾਨ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਵੈਰੀ ਇੰਪੋਰਟੈਂਟ। ਠੀਕ ਹੈ, ਪੰਜਾਬ ਦੇ ਹੁਣ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ, ਇਹ ਤਾਂ ਸਭ ਨੂੰ ਹੀ ਪਤਾ। ਜੇ ਉਹਨਾਂ ਨੇ ਘੁਮਾ ਫਿਰਾ ਕੇ ਪਾਉਣਾ ਹੋਊਗਾ ਉਹ ਕੌਣਗੇ? ਗ੍ਰਹਿ ਮੰਤਰਾਲੇ ਦੇ ਮੰਤਰੀ ਕੌਣ ਆ? ਜੇਲ੍ਹ ਵਿਭਾਗ ਦੇ ਮੰਤਰੀ ਕੌਣ ਆ? ਠੀਕ ਹੈ, ਇਸ ਤਰ੍ਹਾਂ ਧਿਆਨ ਰੱਖਣਾ ਕਿ ਕਿਹੜੇ ਕਿਹੜੇ ਮੰਤਰਾਲੇ ਭਗਵੰਤ ਮਾਨ ਕੋਲ ਆ। ਪੰਜਾਬ ਦੇ ਮੰਤਰੀ ਮੰਡਲ ਤੇ ਮੈਂ ਵੀਡੀਓ ਬਣਾ ਦਿੱਤੀ, ਉਹ ਤੁਸੀਂ ਦੇਖ ਸਕਦੇ ਹੋ। ਅਗਲਾ ਪ੍ਰਸ਼ਨ, 2023 ਵਿੱਚ ਭਾਰਤ ਦਾ ਬਜਟ ਕਿਸ ਨੇ ਪੇਸ਼ ਕੀਤਾ? ਹੁਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। ਇਹ MCQ ਤੁਹਾਨੂੰ 2024 ਚ ਵੀ ਆ ਸਕਦਾ, 2025 ਚ ਵੀ ਆ ਸਕਦਾ। ਠੀਕ ਹੈ, ਤਾਂ 2023 ਦਾ ਜਿਹੜਾ ਭਾਰਤ ਦਾ ਬਜਟ ਆ ਉਹ ਪੇਸ਼ ਕੀਤਾ ਵਾ। ਬਜਟ ਦੇਖੋ ਹਮੇਸ਼ਾ ਹੀ ਵਿੱਤ ਮੰਤਰੀ ਪੇਸ਼ ਕਰਦਾ, ਤੇ ਐਟ ਪ੍ਰੈਜ਼ੈਂਟ ਸਾਡੇ ਭਾਰਤ ਦੇ ਵਿੱਤ ਮੰਤਰੀ 2023 ਦੇ ਵਿੱਚ ਕੌਣ ਨੇ? ਨਿਰਮਲਾ ਸੀਤਾਰਮਨ। ਤੇ ਨਿਰਮਲਾ ਸੀਤਾਰਮਨ ਨੇ ਹੀ 2023 ਦਾ ਭਾਰਤ ਦਾ ਬਜਟ ਆ ਜਿਹੜਾ ਉਹ ਪੇਸ਼ ਕੀਤਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਥੀਨ ਡੈਮ ਕਿਹੜੀ ਨਦੀ ਤੇ ਬਣਿਆ ਹੋਇਆ ਹੈ? ਹਾਂਜੀ, ਥੀਨ ਡੈਮ ਕਿਹੜੀ ਨਦੀ ਤੇ ਬਣਿਆ ਹੋਇਆ ਹੈ? ਇਹ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ। ਥੀਨ ਡੈਮ ਰਾਵੀ ਤੇ ਬਣਿਆ ਹੋਇਆ ਹੈ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਥੀਨ ਡੈਮ ਦਾ ਦੂਜਾ ਨਾਮ ਆ ਰਣਜੀਤ ਸਾਗਰ ਡੈਮ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਤੇ ਰਣਜੀਤ ਸਾਗਰ ਡੈਮ ਆ ਜਿਹੜਾ ਇਹ ਕਿੱਥੇ ਆ? ਇਹ ਵੀ ਤੁਹਾਨੂੰ ਆ ਸਕਦਾ ਕਿ ਰਣਜੀਤ ਸਾਗਰ ਡੈਮ ਕਿਹੜੀ ਨਦੀ ਤੇ ਬਣਿਆ? ਤਾਂ ਇਹ ਰਾਵੀ ਤੇ ਬਣਿਆ। ਡੈਮ ਜ਼ਰੂਰ ਯਾਦ ਰੱਖਣਾ, ਇੱਕ MCQ ਤੁਹਾਨੂੰ ਜ਼ਰੂਰ ਆਊਗਾ। ਰੋਪੜ ਥਰਮਲ ਪਲਾਂਟ ਕਿਸ ਨਦੀ ਤੇ ਆ? ਸਤਲੁਜ ਤੇ ਆ। ਠੀਕ ਹੈ, ਭਾਖੜਾ ਡੈਮ ਕਿਹੜੀ ਨਦੀ ਤੇ ਆ? ਸਤਲੁਜ ਤੇ ਆ। ਵਿਆਸ ਦੀ ਜੇਕਰ ਅਸੀਂ ਗੱਲ ਕਰੀਏ, ਵਿਆਸ ਨਦੀ ਤੇ ਬਣਿਆ ਹੋਇਆ ਹੈ ਪੌਂਗ ਡੈਮ। ਠੀਕ ਹੈ, ਇਸ ਦਾ ਪੁਰਾਣਾ ਨਾਮ ਕੀ ਆ ਜਾਂ ਇਸ ਦਾ ਹੋਰ ਨਾਮ ਵੀ ਹੈ ਇੱਕ? ਵਿਆਸ ਨਦੀ ਤੇ ਬਣਿਆ ਹੋਇਆ ਹੈ ਪੌਂਗ ਡੈਮ। ਠੀਕ ਹੈ, ਤੁਸੀਂ ਇਹ ਯਾਦ ਰੱਖਣਾ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ,
ਮਾਝਾ ਖੇਤਰ ਦੀ ਉਪਬੋਲੀ ਦਾ ਨਾਮ ਦੱਸੋ। ਹਾਂਜੀ ਮਾਝਾ ਖੇਤਰ, ਮਾਝੇ ਦੇ ਵਿੱਚ ਕਿਹੜੀ ਬੋਲੀ ਬੋਲੀ ਜਾਂਦੀ ਆ? ਜਿਵੇਂ ਕਿ ਮੈਂ ਤੁਹਾਨੂੰ ਅੱਗੇ ਵੀ ਬਹੁਤ ਵਾਰ ਦੱਸਿਆ, ਜਿਹੜੀ ਸਾਡੇ ਦਫ਼ਤਰੀ ਕੰਮਕਾਜਾਂ ਲਈ ਪੰਜਾਬੀ ਵਰਤੀ ਜਾਂਦੀ ਹੈ ਉਹ ਵੀ ਮਾਝੀ ਵਰਤੀ ਜਾਂਦੀ ਹੈ, ਕਿਉਂਕਿ ਉੱਥੋਂ ਦੇ ਲੋਕ ਬਹੁਤ ਸਵੀਟ ਬੋਲਦੇ ਨੇ। ਠੀਕ ਹੈ, ਜਿਵੇਂ ਆਪਾਂ ਬੋਲਦੇ ਹਾਂ ਜਿਵੇਂ, ਹੁਣ ਦੇਖੋ ਮੈਂ ਹੀ ਬੋਲ ਰਹੀ ਹਾਂ ਜਿਵੇਂ, ਮੈਂ ਕੀ ਬੋਲ ਰਹੀ ਹਾਂ ਜਿਵੇਂ, ਕਿਉਂਕਿ ਅਸੀਂ ਮਲਵਈ ਦੇ ਵਿੱਚ ਆਉਂਦੇ ਹਾਂ। ਠੀਕ ਹੈ, ਮਲਵਈ ਕਿਉਂਕਿ ਅਸੀਂ ਮਲਵਈ ਬੋਲਦੇ ਹਾਂ। ਠੀਕ ਹੈ, ਮਲਵਈ ਦੇ ਵਿੱਚ ਅਸੀਂ ਕੀ ਕਰਦੇ ਹਾਂ, ਵਾਵੇ ਨੂੰ ਮੰਮਾ ਬੋਲ ਦਿੰਦੇ ਆ। ਤੇ ਜਿਹੜੇ ਮਾਝੀ ਵਾਲੇ ਆ ਉਹ ਜਿਵੇਂ ਬੋਲਦੇ ਆ ਉਵੇਂ ਹੀ ਲਿਖਦੇ ਆ, ਜਿਵੇਂ। ਉਹ ਇੰਨਾ ਸਵੀਟ ਬੋਲਦੇ ਆ ਕਿ ਜਿਵੇਂ ਅੱਖਰ ਲਿਖੇ ਹੁੰਦੇ ਆ ਸੇਮ ਐਗਜ਼ੈਕਟਲੀ ਉੱਦਾਂ ਬੋਲਦੇ ਆ, ਆਪਾਂ ਥੋੜਾ ਤੋੜ ਮਰੋੜ ਦਿੰਦੇ ਆ। ਠੀਕ ਹੈ, ਇਸ ਤਰ੍ਹਾਂ ਤੁਸੀਂ ਧਿਆਨ 'ਚ ਰੱਖੋ ਕਿ ਜਿਹੜੇ ਮਾਝੀ ਆ ਉਹ ਲੈਂਗੁਏਜ ਇੱਦਾਂ ਦੀ ਆ ਜਿਹੜੀ ਦਫ਼ਤਰੀ ਕੰਮਕਾਜ ਲਈ ਵੀ ਵਰਤੀ ਜਾਂਦੀ ਹੈ, ਕਿਉਂਕਿ ਜਿਵੇਂ ਦਾ ਆਪਾਂ ਬੋਲਦੇ ਹਾਂ ਉੱਦਾਂ ਹੀ। ਮਾਝੀ 4 ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਆ। ਕਿਹੜੇ ਮਾਝੇ ਦੇ ਵਿੱਚ 4 ਜ਼ਿਲ੍ਹੇ ਤਾਂ ਆਉਂਦੇ ਆ, ਉਹਨਾਂ 'ਚ ਹੀ ਬੋਲੀ ਜਾਂਦੀ ਆ। ਫਿਰ ਕਿਹੜੇ ਆ ਜਲਦੀ ਨਾਲ ਦੱਸੋ ਕਮੈਂਟ ਬਾਕਸ ਦੇ ਵਿੱਚ। ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ। ਅਗਲਾ ਪ੍ਰਸ਼ਨ, ਪੰਜਾਬ ਦੀ ਉਦਯੋਗਿਕ ਸਿਟੀ ਕਿਹੜੀ ਹੈ? ਹਾਂਜੀ, ਪੰਜਾਬ ਦੀ ਉਦਯੋਗਿਕ ਸਿਟੀ ਕਿਸ ਨੂੰ ਬੋਲਿਆ ਜਾਂਦਾ? ਪੰਜਾਬ ਦਾ ਮੈਨਚੈਸਟਰ ਆ ਜੇ, ਉਦਯੋਗਿਕ ਸਿਟੀ ਆ ਜੇ, ਆਰਥਿਕ ਰਾਜਧਾਨੀ ਆ ਜੇ, ਤਾਂ ਰਾਈਟ ਆਨਸਰ ਲਗਾਓਗੇ ਲੁਧਿਆਣਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਹੀਰੋ ਸਾਈਕਲ ਬਣਾਉਣ ਦਾ ਕਾਰਖਾਨਾ ਲੁਧਿਆਣਾ ਦੇ ਵਿੱਚ ਆ। ਹੋਜਰੀ ਦਾ ਸਮਾਨ ਕਿੱਥੇ ਵੱਧ ਮਿਲਦਾ? ਲੁਧਿਆਣਾ ਦੇ ਵਿੱਚ। ਇਸ ਤਰ੍ਹਾਂ ਦੇ ਤੁਸੀਂ ਵੱਧ ਲਗਾਓਗੇ। ਠੀਕ ਹੈ ਆਨਸਰ, ਧਿਆਨ ਨਾਲ। ਅਗਲਾ ਪ੍ਰਸ਼ਨ ਆ, ਪੰਜਾਬ ਵਿੱਚ ਰਾਜ ਸਭਾ ਦੀਆਂ ਸੀਟਾਂ ਦੀ ਗਿਣਤੀ ਕਿੰਨੀ ਹੈ? ਹਾਂਜੀ, ਪੰਜਾਬ ਦੇ ਵਿੱਚ ਰਾਜ ਸਭਾ ਦੀਆਂ ਸੀਟਾਂ ਦੀ ਗਿਣਤੀ ਆ, ਕਿੰਨੀ ਹੈ ਰਾਜ ਸਭਾ ਦੀਆਂ ਸੀਟਾਂ ਦੀ ਗਿਣਤੀ? 7। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਠੀਕ ਹੈ, 7 ਸੀਟਾਂ, 7 ਗਿਣਤੀ ਆ ਪੰਜਾਬ ਦੇ ਵਿੱਚ ਰਾਜ ਸਭਾ ਦੀਆਂ ਸੀਟਾਂ ਦੀ। ਲੋਕ ਸਭਾ ਦੀ ਗਿਣਤੀ 13ਵਾਂ, ਵਿਧਾਨ ਸਭਾ ਦੀ ਗਿਣਤੀ 113ਵਾਂ। ਠੀਕ ਹੈ, ਲੋਕ ਸਭਾ ਦੀਆਂ ਸੀਟਾਂ 13ਵਾਂ, ਵਿਧਾਨ ਸਭਾ ਦੀਆਂ 113। ਤੇ ਵਿਧਾਨ ਪ੍ਰੀਸ਼ਦ ਨੂੰ ਖਤਮ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚੋਂ। ਕਦੋਂ ਕੀਤਾ ਗਿਆ ਸੀ? 1970 ਚ। ਇਹ ਵੀ ਧਿਆਨ ਰੱਖਣਾ। ਅਗਲਾ ਪ੍ਰਸ਼ਨ, ਨਿਮਨਲਿਖਤ ਸੰਖਿਆਵਾਂ ਦੀ ਔਸਤ ਪਤਾ ਕਰੋ। ਹਾਂਜੀ, ਹੁਣ ਅਸੀਂ ਕੀ ਪਤਾ ਕਰਨੀ ਆ? ਔਸਤ। ਜਦੋਂ ਵੀ ਔਸਤ ਆ ਜੇ ਤਾਂ ਇਹ ਕਦੇ ਨਾ ਭੁੱਲਣਾ ਕਿ ਔਸਤ ਦਾ ਫਾਰਮੂਲਾ ਹੁੰਦਾ ਸੰਖਿਆਵਾਂ ਦਾ ਜੋੜ। ਉੱਪਰ ਆਉਂਦਾ ਜੋੜ, ਹੇਠਾਂ ਹੁੰਦਾ ਸੰਖਿਆਵਾਂ ਦੀ ਗਿਣਤੀ। ਹੁਣ ਜਿਹੜੀਆਂ ਸੰਖਿਆਵਾਂ ਤੁਹਾਨੂੰ ਦਿੱਤੀਆਂ ਉੱਪਰ ਆ ਜਾਣਾ ਇਹਨਾਂ ਦਾ ਜੋੜ, ਮਤਲਬ ਇਹਨਾਂ ਦਾ ਪਲੱਸ ਭਰ ਦੇਣਾ ਸਾਰਿਆਂ ਦਾ। ਜਦੋਂ ਇਹਨਾਂ ਦਾ ਪਲੱਸ ਤੁਸੀਂ ਕਰੋਗੇ, 8 ਤੇ 1 9, 9 7 16, 16 ਤੇ 9 16 ਤੇ 9 ਹੁੰਦੇ ਆ ਤੁਹਾਡੇ ਕੋਲੇ 25, 25 ਤੇ 2 7। ਠੀਕ ਹੈ, 27, 27 ਤੇ 5 ਕਿੰਨੇ ਹੁੰਦੇ ਆ? 32। ਜਦੋਂ ਤੁਸੀਂ ਇਹਨਾਂ ਦਾ ਜੋੜ ਕਰੋਗੇ ਇਹ ਬਣ ਜਾਣਾ ਤੁਹਾਡੇ ਕੋਲੇ 2682। ਤੇ ਹੁਣ ਸੰਖਿਆਵਾਂ ਦੀ ਗਿਣਤੀ ਕਿੰਨੀ ਹੈ? 6 ਗਿਣ ਲਓ, 1 2 3 4 5 6। ਤਾਂ ਸੰਖਿਆਵਾਂ ਦੀ ਗਿਣਤੀ ਹੈ 6। 6 ਤੇ ਅਸੀਂ ਡਿਵਾਈਡ ਕੀਤਾ, ਪਹਿਲਾਂ 6 ਤੇ ਡਿਵਾਈਡ ਕੀਤਾ, 4 ਤੇ ਜਾਊਗਾ 6 ਚੌਕਾ 24, ਫਿਰ ਰਹਿ ਗਿਆ ਨੇ 2। ਫਿਰ ਉਸ ਤੋਂ ਬਾਅਦ ਫਿਰ 4 ਤੇ ਜਾਊਗਾ 6 ਚੌਕਾ 24, ਫਿਰ ਮਗਰ ਬਚਣੇ 4 7 6 42। ਤਾਂ 7 ਤੇ ਜਾਊਗਾ 747 ਆਨਸਰ ਆ ਜਾਣਾ ਇਹਨੂੰ ਕੱਟਣ ਤੋਂ ਬਾਅਦ। ਤੇ ਤੁਹਾਡਾ ਰਾਈਟ ਆਨਸਰ ਹੋਊਗਾ 746 447 ਆਨਸਰ ਆ ਜਾਣਾ। ਤੇ ਰਾਈਟ ਆਨਸਰ ਹੈ ਆਪਣਾ ਆਪਸ਼ਨ ਸੀ। ਠੀਕ ਹੈ, ਕੱਟ ਕਰਕੇ ਤੁਸੀਂ ਡਿਵਾਈਡ ਕਰਕੇ ਦੇਖ ਸਕਦੇ ਹੋ, ਜੋੜ ਕਰਕੇ ਦੇਖ ਸਕਦੇ ਹੋ। ਫਾਰਮੂਲਾ ਯਾਦ ਰੱਖਣਾ, ਸੰਖਿਆਵਾਂ ਦਾ ਕੀ ਹੈ? ਸੰਖਿਆਵਾਂ ਤਾਂ ਕੋਈ ਵੀ ਆ ਸਕਦੀਆਂ ਨੇ, ਜੇਕਰ ਫਾਰਮੂਲਾ ਪਤਾ ਤਾਂ ਆਸਾਨੀ ਨਾਲ ਕਰ ਸਕਦੇ ਹਾਂ। ਅਗਲਾ ਪ੍ਰਸ਼ਨ, ਹੇਠਾਂ ਦਿੱਤੇ ਇਹਨੂੰ ਹੱਲ ਕਰੋ। ਹਾਂਜੀ, ਇਹਨੂੰ ਹੱਲ ਕਰਨਾ, ਸਭ ਤੋਂ ਪਹਿਲਾਂ ਦੇਖੋ 1.2 ਆ। ਆਫਟਰ ਪੁਆਇੰਟ ਕਿੰਨੇ ਅੱਖਰ ਆ? 1 ਅੱਖਰ ਹੀ ਆ ਪੁਆਇੰਟ ਤੋਂ ਬਾਅਦ, ਤਾਂ ਮੈਂ ਹੇਠਾਂ 1 0 ਲਾ ਲੂੰਗੀ। ਹੁਣ ਇਹਦੀ ਪਾਵਰ 3 ਆ ਤਾਂ ਸਾਰੇ ਦੀ ਪਾਵਰ 3 ਕਰ ਲੂੰਗੀ, ਮਾਈਨਸ। ਫਿਰ ਸੇਮ ਇਸੇ ਤਰ੍ਹਾਂ 8, ਕਿਉਂਕਿ 8 ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਪੁਆਇੰਟ ਤੋਂ ਬਾਅਦ 1 ਅੱਖਰ ਆ ਤਾਂ 8/10 ਆ ਗਿਆ। ਇਹਦੀ ਪਾਵਰ ਦਿੱਤੀ ਹੋਈ ਆ 2। ਹੁਣ ਦੇਖੋ ਇਹਦਾ ਮਤਲਬ ਕੀ ਆ? 12/10। ਪਾਵਰ 3 ਦਾ ਮਤਲਬ ਕੀ ਆ? ਕਿ ਨੰਬਰ 3 ਵਾਰ ਗੁਣਾ ਹੋ ਰਿਹਾ ਵਾ। ਠੀਕ ਹੈ, ਪਾਵਰ 2 ਦਾ ਮਤਲਬ ਕੀ ਹੈ? ਕਿ ਨੰਬਰ 2 ਵਾਰ ਗੁਣਾ ਹੋ ਰਿਹਾ। ਜੇ ਪਾਵਰ ਵੱਧ ਹੁੰਦੀ 5 ਹੁੰਦੀ ਤਾਂ ਮਤਲਬ ਨੰਬਰ 5 ਵਾਰ ਗੁਣਾ ਹੋ ਰਿਹਾ। ਇਹੀ ਮੀਨਿੰਗ ਬਣਿਆ ਨਾ। ਤਾਂ ਦੇਖੋ ਹੁਣ 12 ਨੂੰ ਮੈਂ 3 ਵਾਰ ਗੁਣਾ ਕਰੂੰਗੀ। 12 ਨੂੰ ਮੈਂ 3 ਵਾਰ ਜਦੋਂ ਗੁਣਾ ਕਰੂੰਗੀ, 12 ਵਾਰੀਆਂ 144 ਹੁੰਦੇ ਆ। ਫਿਰ 144 ਨੂੰ 12 ਨਾਲ ਗੁਣਾ ਕੀਤੀ ਤਾਂ ਇਹ ਬਣ ਜਾਣਾ 1728। 10 ਨੂੰ ਮੈਂ 3 ਵਾਰ ਨਾਲ ਗੁਣਾ ਕਰੂੰਗੀ, ਕਿਉਂਕਿ ਹੇਠਾਂ ਵਾਲੇ ਨੰਬਰ ਹੇਠਾਂ ਵਾਲੇ ਨਾਲ ਗੁਣਾ ਹੋਣੇ ਆ, ਤਾਂ ਇਹ ਬਣ ਜਾਣਾ 1000 ਮਾਈਨਸ। ਸੇਮ 8 ਨੂੰ 8 ਨਾਲ ਗੁਣਾ ਕੀਤੀ, 8 8 64 ਬਟਾ 100। 10 ਗੁਣਾ 10 ਹੁੰਦਾ 100। ਹੁਣ ਤੁਸੀਂ ਦੇਖੋ ਜਦੋਂ ਮੈਂ ਐਲਸੀਐਮ ਲਵਾਂਗੀ, ਇੱਥੇ ਤਾਂ 1000 ਆ ਤਾਂ ਮੈਂ ਇੱਥੇ ਵੀ 1000 ਬਣਾ ਲੈਂਦੀ ਹਾਂ, ਹੇਠਾਂ 0 ਲਾ ਕੇ ਤੇ ਉੱਪਰ 0 ਲਾ ਕੇ, ਕਿਉਂਕਿ 0 ਨਾਲ 0 ਕੈਂਸਲ ਰਹਿ ਤਾਂ ਉਹੀ ਜਾਣਾ। ਫਿਰ ਮੈਂ 1728 ਚੋਂ 640 ਮਾਈਨਸ ਕਰੂੰਗੀ। ਧਿਆਨ ਦਿਓ, ਜਦੋਂ ਮੈਂ 1700
40 ਦੇ ਵਿੱਚੋਂ 628 ਮਾਈਨਸ ਕਰੂੰਗੀ ਤਾਂ ਇੱਥੇ ਕੀ ਬਣ ਜਾਣਾ ਵਾ, ਇੱਥੇ ਬਣ ਜਾਣਾ ਜੀ 1088, ਠੀਕ ਹੈ, ਬਟਾ 1000। ਹੁਣ 1088 ਬਟਾ 1000 ਇਹੀ ਐਂਡ ਤੇ ਜਿਹੜਾ ਤੁਹਾਡਾ ਆਨਸਰ ਆ ਮੇਨ, ਇਹਨੂੰ ਆਪਾਂ ਲਿਖ ਲੈਂਦੇ ਆ 1088 ਬਟਾ 1000। ਹੁਣ ਤੁਸੀਂ ਦੇਖੋ ਪਹਿਲਾਂ ਅਸੀਂ ਜ਼ੀਰੋ ਲਗਾਈ ਸੀ ਪੁਆਇੰਟ ਹਟਾ ਕੇ, ਹੁਣ ਅਸੀਂ ਜ਼ੀਰੋ ਹਟਾ ਕੇ ਪੁਆਇੰਟ ਲਗਾਉਣਾ। ਹੇਠਾਂ ਕਿੰਨੀਆਂ ਜ਼ੀਰੋ ਆ, 3 ਜ਼ੀਰੋ ਆ ਨਾ, ਤਾਂ ਪਿੱਛੋਂ ਅਸੀਂ 3 ਅੱਖਰ ਛੱਡ ਕੇ ਪੁਆਇੰਟ ਲਗਾ ਦਵਾਂਗੇ, 1 2 3 ਤੇ ਆ ਕਿ ਛੱਡ ਕੇ ਲਾਤਾ ਪੁਆਇੰਟ, ਕਿਉਂਕਿ ਹੇਠਾਂ 3 ਜ਼ੀਰੋ 3 ਅੱਖਰ ਛੱਡ ਕੇ ਪੁਆਇੰਟ ਲਾਵਾਂਗੇ। ਤਾਂ ਦੇਖੋ 1.088 ਆਨਸਰ ਕਿਹੜੀ ਆਪਸ਼ਨ 'ਚ ਆ, ਆਪਸ਼ਨ ਡੀ 'ਚ। ਤਾਂ ਇਹੀ ਮੇਰਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਆ ਜੀ, ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਹੇਠਾਂ ਦਿੱਤੇ ਨੂੰ ਹੱਲ ਕਰੋ। ਹਾਂਜੀ ਇਹਨੂੰ ਹੱਲ ਕਰਨਾ ਵਾ, ਸਭ ਤੋਂ ਪਹਿਲਾਂ ਸਾਨੂੰ ਦਿੱਤਾ ਹੋਇਆ 4/21, ਫਿਰ ਦਿੱਤਾ ਹੋਇਆ 1092, ਉਸ ਤੋਂ ਬਾਅਦ 3/8 ਵੀ ਤਾਂ ਦਿੱਤਾ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦਿੱਤਾ ਹੋਇਆ 4/21, ਫਿਰ ਦਿੱਤਾ ਹੋਇਆ 3/8, ਫਿਰ ਦਿੱਤਾ ਹੋਇਆ 1092, ਫਿਰ ਦਿੱਤਾ ਹੋਇਆ 7/13। ਉਹਨੇ ਬੋਲਿਆ ਕਿ ਇਹਨੂੰ ਹੱਲ ਕਰੋ। ਜਦੋਂ ਵੀ ਤੁਹਾਨੂੰ ਦਾ ਆ ਜੇ, ਆਫ ਆ ਜੇ, ਠੀਕ ਆ, ਉਹਦਾ ਮਤਲਬ ਹੁੰਦਾ ਗੁਣਾ, ਤਾਂ ਅੱਖਾਂ ਬੰਦ ਕਰਕੇ ਉੱਥੇ ਗੁਣਾ ਪਾ ਦਿਓ। ਜਦੋਂ ਆਪਾਂ ਗੁਣਾ ਪਾਤੀ ਤਾਂ ਤੁਸੀਂ ਦੇਖੋ 1 ਚੌਕਾ ਚੌਕਾ, ਹੁਣ ਸਾਰੇ ਨੰਬਰ ਗੁਣਾ ਹੋ ਰਹੇ ਆ ਤਾਂ ਕਟਿੰਗ ਹੋ ਸਕਦੀ ਆ ਉੱਪਰ ਵਾਲੇ ਹੇਠਾਂ ਵਾਲੇ ਨਾਲ। 1 ਚੌਕਾ ਚੌਕਾ, 2 ਚੌਕੇ 8, ਠੀਕ ਹੈ। ਹੁਣ ਆਪਾਂ ਇਹ 2 ਨੂੰ ਕੱਟ ਕਰਦੇ ਹਾਂ, 1 ਦੂਣੀ ਦੂਣੀ, 5 ਦੂਣੀ 10, 4 ਦੂਣੀ 8, 6 ਦੂਣੀ 12, ਫਿਰ ਆ 7 ਪਿਆ, 1 7 ਆ 7 ਆ, 3 7 ਆ 21, 3 ਨਾਲ 3 ਕੈਂਸਲ, ਠੀਕ ਹੈ। ਉਸ ਤੋਂ ਬਾਅਦ ਬਚ ਗਿਆ 13, 13 ਏਕਮ 13, ਤੇ ਇਹ 13 ਨੂੰ ਆਪਾਂ ਕੱਟਦੇ ਹਾਂ 546 ਦੇ ਨਾਲ, ਠੀਕ ਹੈ ਜੀ। 546 ਦੇ ਨਾਲ ਜਦੋਂ ਮੈਂ 13 ਨੂੰ ਕੱਟੂੰਗੀ ਤਾਂ ਸਭ ਤੋਂ ਪਹਿਲਾਂ 13 ਚੌਕ 52, ਫਿਰ ਮਗਰ 2 ਰਹਿ ਜਾਣੇ ਆ, 13 ਦੂਣਾ 26, ਠੀਕ ਹੈ। ਇਹ ਬਣ ਜਾਣਾ 42, ਆਨਸਰ ਆ ਗਿਆ ਮੇਰਾ 42, ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਹੇਠਾਂ ਦਿੱਤੀਆਂ ਭਿੰਨਾਂ ਦੇ ਵਿੱਚੋਂ ਵੈਰੀ ਇੰਪੋਰਟੈਂਟ, ਹੇਠਾਂ ਦਿੱਤੀਆਂ ਭਿੰਨਾਂ ਵਿੱਚੋਂ ਸਭ ਤੋਂ ਵੱਡੀ ਭਿੰਨ ਕਿਹੜੀ ਹੈ। ਦੇਖੋ ਜਦੋਂ ਵੀ ਵੱਡੀ ਭਿੰਨ ਦੱਸਣੀ ਹੋਵੇ ਤਾਂ ਚਾਹੇ ਛੋਟੀ ਦੱਸਣੀ ਆ ਚਾਹੇ ਵੱਡੀ ਦੱਸਣੀ ਆ, ਪਹਿਲੀਆਂ 2 ਉਠਾ ਲਓ, ਜਿਵੇਂ ਮੈਂ ਉਠਾ ਲੀਆਂ, ਇਹਨਾਂ ਨੂੰ ਕਰੋ ਕ੍ਰਾਸ ਮਲਟੀਪਲਾਈ, ਠੀਕ ਹੈ। ਕ੍ਰਾਸ ਮਲਟੀਪਲਾਈ ਕਰੋਗੇ 6 ਤੀਏ 18 ਬਣ ਗਿਆ, 7 ਦੂਣੀ 14 ਬਣ ਗਿਆ। ਜਦੋਂ ਤਾਂ ਵੱਡੀ ਦੱਸਣੀ ਆ ਵੱਡਾ ਨੰਬਰ ਲੈ ਲਓ, ਜਦੋਂ ਛੋਟੀ ਦੱਸਣੀ ਆ ਤਾਂ ਛੋਟਾ ਲਈ ਚੱਲੋ। ਹੁਣ ਵੱਡੀ ਦੱਸਣੀ ਹੈ ਨਾ ਆਪਾਂ, ਤਾਂ ਵੱਡਾ ਨੰਬਰ ਕਿਹੜਾ ਵਾ, 14 ਕਿ 18, 18, ਤਾਂ ਇਹਦਾ ਮਤਲਬ 6/7 ਵੱਡੀ ਹੈ ਇਹਨਾਂ ਦੋਨਾਂ ਚੋਂ। ਤਾਂ ਫਿਰ ਅੱਗੇ ਤੀਜੀ ਭਿੰਨ ਚੱਕ ਲਓ, ਤੀਜੀ ਭਿੰਨ ਕਿਹੜੀ ਆ, 20/21। ਹੁਣ ਇਹਨਾਂ ਦੀ ਕਰੋ ਕ੍ਰਾਸ ਮਲਟੀਪਲਾਈ, ਤਾਂ 21 ਨੂੰ ਜਦੋਂ ਮੈਂ 6 ਨਾਲ ਗੁਣਾ ਕਰੂੰਗੀ ਤਾਂ ਕਿੰਨਾ ਬਣੂਗਾ, 126, ਠੀਕ ਹੈ। ਤੇ 20 ਨੂੰ ਜਦੋਂ ਮੈਂ 7 ਨਾਲ ਕਰੂੰਗੀ 140। ਆਪਾਂ ਤਾਂ ਵੱਡੀ ਭਿੰਨ ਦੱਸਣੀ ਆ, ਤਾਂ ਇਹਨਾਂ ਦੋਨਾਂ ਚੋਂ ਜਿਹੜੀ ਵੱਡੀ ਭਿੰਨ ਹੋ ਗਈ ਤਾਂ ਇਹਦਾ ਮਤਲਬ 6/7 ਇੱਥੇ ਛੋਟੀ ਰਹਿ ਗਈ, ਇੱਥੋਂ ਕੱਟੀ ਗਈ, ਮਗਰ ਰਹਿ ਗਈ 20/21 ਵੱਡੀ, ਠੀਕ ਹੈ। ਉਸ ਤੋਂ ਬਾਅਦ ਕਿਹੜੀ ਭਿੰਨ ਆ, 18/5, ਇਹਨੂੰ ਲੈ ਲਓ। ਹੁਣ ਇਹਨਾਂ ਦੀ ਕਰੋ ਕ੍ਰਾਸ ਮਲਟੀਪਲਾਈ, ਇਹਨਾਂ ਦੀ ਜਦੋਂ ਕ੍ਰਾਸ ਮਲਟੀਪਲਾਈ ਕੀਤੀ 20 5 ਹੁੰਦੇ ਆ 100, 21 ਨੂੰ 18 ਨਾਲ ਗੁਣਾ ਕਰਾਂਗੇ ਤਾਂ 21 18 ਹੁੰਦੇ ਆ 378, ਤਾਂ ਇਹ ਬਣ ਗਿਆ 378। ਹੁਣ ਵੀ ਵੱਡਾ ਨੰਬਰ ਹੀ ਲਵਾਂਗੇ, ਛੋਟੇ ਨੂੰ ਰਿਜੈਕਟ ਕਰ ਦੋ, ਤਾਂ 18/5 ਭਿੰਨ ਇਹ ਆ ਜਿਹੜੀ ਵੱਡੀ ਆ, ਤਾਂ ਆਪਸ਼ਨ ਨੰਬਰ ਇੱਥੇ ਸੀ ਸਾਡਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਆ ਜੀ, ਜੇਕਰ ਇੱਕ ਸੰਖਿਆ ਦੇ 3/5 ਦਾ 60% 63 ਹੈ ਤਾਂ ਸੰਖਿਆ ਪਤਾ ਕਰੋ। ਹਾਂਜੀ ਪਹਿਲਾਂ ਮੈਂ ਸੰਖਿਆ ਲੈ ਲਈ x, ਹੁਣ x ਦਾ 3/5, x ਦਾ ਆ ਗਿਆ ਗੁਣਾ ਪਾ ਦੋ 3/5, ਫਿਰ ਅੱਗੇ 3/5 ਦਾ ਵੀ 60%, ਤਾਂ 3/5 ਦਾ ਵੀ 60% ਆ, ਪਰਸੈਂਟ ਦਾ ਮਤਲਬ ਹੁੰਦਾ ਬਟਾ 100, ਮੈਂ ਬਟਾ 100 ਲਾ ਲਿਆ, ਕਿਹਦੇ ਬਰਾਬਰ ਆ, 63 ਦੇ। ਦੇਖੋ ਇਹੀ ਤਾਂ ਮੀਨਿੰਗ ਆ ਸਟੇਟਮੈਂਟ ਦਾ, ਮਗਰ ਕੀ ਰਹਿ ਗਿਆ, ਕੁਛ ਵੀ ਨਹੀਂ, ਤੁਸੀਂ ਆਪ ਦੇਖ ਸਕਦੇ ਹੋ, ਠੀਕ ਹੈ। ਤਾਂ 0 ਨਾਲ 0 ਕੱਟ, ਠੀਕ ਹੈ। ਹੁਣ ਦੇਖੋ ਅੱਗੇ ਉਧਰ 63 ਆ, ਇਧਰ 10 ਵੀ ਕੀ ਹੋ ਰਿਹਾ, ਡਿਵਾਈਡ ਹੋ ਰਿਹਾ, ਉਧਰ ਜਾ ਕੇ ਕੀ ਹੋ ਜਾਊਗਾ ਗੁਣਾ, ਤੇ ਇੱਧਰ ਜਿਹੜਾ 5 ਆ ਉਹ ਵੀ ਡਿਵਾਈਡ ਹੋ ਰਿਹਾ, ਇੱਧਰ ਆ ਕੇ ਹੋ ਜਾਊਗਾ ਗੁਣਾ, ਤੇ ਇੱਧਰ 3 ਤੇ 6 ਕੀ ਹੋ ਰਹੇ ਆ ਗੁਣਾ, ਉਧਰ ਜਾ ਕੇ ਕੀ ਹੋਣਗੇ ਭਾਗ, ਠੀਕ ਹੈ। ਹੁਣ ਦੇਖੋ ਅੱਗੇ, ਹੁਣ ਜਦੋਂ ਮੈਂ ਇਹਨੂੰ ਕੱਟ ਕਰੂੰਗੀ ਤਾਂ ਤੁਸੀਂ ਦੇਖੋ 5 ਤੇ ਕਰਦਾ, 2 ਤੇ ਕਰ ਰਹੀ ਹਾਂ, 5 ਦੂਣੀ 10, 3 ਦੂਣੀ 6, ਠੀਕ ਹੈ। 2 ਦੇ ਪਹਾੜੇ ਤੇ ਕੱਟ ਕੀਤਾ, ਫਿਰ 1 ਤੀਆ 30, ਠੀਕ ਹੈ, 1 ਤੀਆ 30 ਤੇ 21 ਤੀਆ 63 ਹੁੰਦੇ ਆ, ਠੀਕ ਹੈ ਜੀ, 21 ਤੀਆ 63 ਹੁੰਦੇ ਆ, ਫਿਰ 1 ਤੀਆ 30,
7 ਜਾਂ 21 ਹੁੰਦੇ ਆ ਤਾਂ ਇਹ ਬਣ ਗਏ 7 ਤੇ 5 ਇੱਕ 5 ਇਹ ਪਿਆ ਵਾ ਇੱਕ 5 ਇਹ ਪਿਆ 5 5 25 25 7 5 5 25 25 7 175 ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਹੈ ਜੀ। ਹਾਂਜੀ ਇਹ ਜਿਹੜਾ ਪ੍ਰਸ਼ਨ ਆ ਰੀਜ਼ਨਿੰਗ ਸ਼ੁਰੂ ਹੋ ਗਿਆ ਸਾਡਾ ਪੋਰਸ਼ਨ ਸਟੇਟਮੈਂਟ ਐਂਡ ਕਨਕਲੂਜਨ ਦੇ ਵਿੱਚੋਂ ਆ। ਇਸ ਪ੍ਰਸ਼ਨ ਦੇ ਵਿੱਚ 3 ਕਥਨਾਂ ਤੋਂ ਬਾਅਦ 2 ਛਿੱਟੇ ਸੰਖਿਆ 1 ਅਤੇ ਸੰਖਿਆ 2 ਦਿੱਤੇ ਗਏ ਆ। ਕਥਨਾਂ ਦੇ ਵਿੱਚ ਦਿੱਤੀ ਸਾਰੀ ਜਾਣਕਾਰੀ ਨੂੰ ਸੱਚ ਮੰਨਦੇ ਹੋਏ ਦੋਵੇਂ ਸਿੱਟਿਆਂ ਦਾ ਇਕੱਠਾ ਵਿਸ਼ਲੇਸ਼ਣ ਕਰਨਾ ਅਤੇ ਨਿਰਧਾਰਿਤ ਕਰੋ ਕਿ ਦੋਵਾਂ ਵਿੱਚੋਂ ਕਿਹੜਾ ਸਿੱਟਾ ਕਥਨਾਂ ਵਿੱਚ ਦਿੱਤੀ ਗਈ ਜਾਣਕਾਰੀ ਦੀ ਤਰਕ ਅਤੇ ਨਿਸ਼ਚਿਤ ਤੌਰ ਤੇ ਪਾਲਣਾ ਕਰਦਾ ਹੈ। ਸਭ ਤੋਂ ਪਹਿਲਾਂ ਤੁਸੀਂ ਦੇਖੋ ਕਥਨ 1 ਆ, ਕੁਝ ਦੇਵਤੇ ਸ਼ੈਤਾਨ ਹਨ। ਦੇਖੋ ਇਹਦੇ ਵਿੱਚ ਕਥਨ 3 ਦਿੱਤੇ ਹੋਏ ਆ, ਕਥਨ 3 ਦਿੱਤੇ ਆ ਤਾਂ ਇਹ ਪੱਕਾ ਹੀ ਆ ਕਿ ਹੋ ਸਕਦਾ ਸਟਰਕਚਰ 2 ਕ੍ਰੀਏਟ ਹੋਣ। ਤਾਂ ਸਭ ਤੋਂ ਪਹਿਲਾਂ ਦੇਖ ਲੈਂਦੇ ਆ ਸਟਰਕਚਰ 1 ਕ੍ਰੀਏਟ ਕਰਦੇ ਆ। ਕੁਝ ਦੇਵਤੇ ਸ਼ੈਤਾਨ ਹਨ। ਹਾਂਜੀ ਸਟੇਟਮੈਂਟ ਐਂਡ ਕਨਕਲੂਜਨ ਵਾਲਾ ਚੈਪਟਰ ਮੈਂ ਤੁਹਾਨੂੰ ਆਲਰੇਡੀ ਕਰਵਾ ਚੁੱਕੀ ਆ। ਕੁਝ ਦੀ ਜਿੱਥੇ ਗੱਲ ਹੋ ਜੇ ਅਸੀਂ ਇਹ ਸਟਰਕਚਰ ਕ੍ਰੀਏਟ ਕਰਦੇ ਆ ਕਿ ਕੁਝ ਦੇਵਤੇ ਕੀ ਆ ਸ਼ੈਤਾਨ ਆ ਤੇ ਕੋਈ ਸ਼ੈਤਾਨ ਦੈਂਤ ਨਹੀਂ ਹੈ। ਹੁਣ ਉਹਨੇ ਅਗਲੇ ਕਥਨ 'ਚ ਕਹਿਤਾ ਕਿ ਕੋਈ ਵੀ ਸ਼ੈਤਾਨ ਦੈਂਤ ਨਹੀਂ ਹੈ, ਮਤਲਬ ਕੀ ਆ ਕਿ ਸ਼ੈਤਾਨ ਦਾ ਤੇ ਦੈਂਤ ਦਾ ਆਪਸ 'ਚ ਕੋਈ ਰਿਲੇਸ਼ਨ ਨਹੀਂਗਾ। ਠੀਕ ਹੈ, ਫਿਰ ਉਹਨੇ ਬੋਲਿਆ ਸਾਰੇ ਦੈਂਤ ਰੱਬ ਹਨ। ਇਹ ਜਿਹੜੇ ਸਾਰੇ ਦੈਂਤ ਆ ਕੀ ਆ ਰੱਬ ਹਨ। ਸ਼ੈਤਾਨ ਦਾ ਤੇ ਦੈਂਤ ਦਾ ਕੋਈ ਰਿਲੇਸ਼ਨ ਨਹੀਂਗਾ। ਇੱਕ ਤਾਂ ਸਟਰਕਚਰ ਇਹ ਕ੍ਰੀਏਟ ਹੋ ਗਿਆ, ਕਥਨ 3 ਦਿੱਤੇ ਆ, ਹੋ ਸਕਦਾ ਮੋਸਟਲੀ ਸਟਰਕਚਰ 2 ਹੀ ਕ੍ਰੀਏਟ ਹੋਣ, ਪਰ ਇੱਥੇ ਵੀ ਸਾਨੂੰ ਪਤਾ ਲੱਗ ਰਿਹਾ 2 ਹੋਣਗੇ। ਕਿਵੇਂ? ਕਿਉਂਕਿ ਦੇਖੋ ਉਹਨੇ ਕੀ ਬੋਲਿਆ ਕਿ ਕੁਝ ਦੇਵਤੇ ਸ਼ੈਤਾਨ ਹਨ। ਦੂਜਾ ਸਟਰਕਚਰ ਮੈਂ ਇਹ ਬਣਾ ਰਹੀ ਹਾਂ, ਕੁਝ ਦੇਵਤੇ ਆ ਸ਼ੈਤਾਨ ਆ। ਹੁਣ ਉਹਨੇ ਬੋਲਿਆ ਕੋਈ ਵੀ ਸ਼ੈਤਾਨ ਦੈਂਤ ਨਹੀਂ ਹੈ। ਹੁਣ ਉਹਨੇ ਇੱਥੇ ਕਿਹਾ ਸੀ ਕਿ ਕੋਈ ਵੀ ਸ਼ੈਤਾਨ ਦੈਂਤ ਨਹੀਂ ਹੈ, ਇਸ ਕਰਕੇ ਮੈਂ ਦੂਰ ਬਣਾਤੇ। ਠੀਕ ਹੈ, ਇੱਕ ਤਾਂ ਸਟਰਕਚਰ ਇਹ ਬਣ ਗਿਆ। ਦੂਸਰੇ ਦੇ ਵਿੱਚ ਉਹਨੇ ਇਹ ਕਿਹਾ ਕਿ ਕੋਈ ਵੀ ਸ਼ੈਤਾਨ ਦੈਂਤ ਨਹੀਂ ਹੈ, ਤਾਂ ਹੋ ਸਕਦਾ ਉਹ ਜਿਹੜੇ ਸ਼ੈਤਾਨ ਆ, ਜਿਹੜਾ ਕੋਈ ਵੀ ਸ਼ੈਤਾਨ ਦੈਂਤ ਨਹੀਂ ਹੈ ਤਾਂ ਇਹ ਤਾਂ ਨਹੀਂ ਉਹਨੇ ਕਿਹਾ ਕਿ ਦੇਵਤੇ ਨਹੀਂਗੇ। ਠੀਕ ਹੈ, ਕੋਈ ਵੀ ਸ਼ੈਤਾਨ ਆ ਜਿਹੜਾ ਦੈਂਤ ਨਹੀਂ ਹੈ, ਦੈਂਤ ਨਹੀਂ ਹੈ ਤਾਂ ਦੈਂਤ ਤਾਂ ਇਹੀ ਪਿਆ ਵਾ। ਠੀਕ ਹੈ, ਤਾਂ ਸ਼ੈਤਾਨ ਤਾਂ ਇਹੀ ਪਿਆ। ਇੱਧਰ ਵੀ ਤਾਂ ਬਣਾ ਹੀ ਸਕਦੀ ਸੀ ਮੈਂ ਦੂਜਾ ਸਟਰਕਚਰ ਕਿ ਜਿਹੜੇ ਕੋਈ ਵੀ ਸ਼ੈਤਾਨ ਆ ਉਹ ਕੀ ਹੈ ਦੈਂਤ ਨਹੀਂ ਹੈ, ਤਾਂ ਦੈਂਤ ਮੈਂ ਇੱਥੇ ਬਣਾ ਲਈ, ਦੈਂਤ ਆ ਦੈਂਤ ਬਣ ਗਏ। ਦੇਵਤੇ ਤਾਂ ਹੋ ਹੀ ਸਕਦੇ ਆ ਕਿਉਂਕਿ ਉਹਨੇ ਕਿਤੇ ਵੀ ਨਹੀਂ ਕਿਹਾ। ਹੁਣ ਉਹਨੇ ਅੱਗੇ ਕੀ ਬੋਲਿਆ ਕਿ ਸਾਰੇ ਦੈਂਤ ਰੱਬ ਹਨ। ਸਾਰੇ ਦੈਂਤ ਕੀ ਆ ਰੱਬ ਹਨ, ਤਾਂ ਮੈਂ ਰੱਬ ਦਾ ਬਣਾਤਾ ਬਾਹਰ। ਠੀਕ ਹੈ, ਸਾਰੇ ਦੈਂਤ ਰੱਬ ਹਨ। ਸਾਰੇ ਦੈਂਤ ਵੀ ਬਣ ਸਕਦਾ ਸੀ, ਇੱਥੇ ਇਹ ਵੀ ਤੁਸੀਂ ਕ੍ਰੀਏਟ ਕਰਦੇ ਸੀ ਸਾਰੇ ਤੇ ਸਾਰੇ ਤੇ ਵੀ ਕਰ ਸਕਦੇ ਹੋ। ਹੁਣ ਦੇਖੋ ਅੱਗੇ ਅਸੀਂ ਪੜ੍ਹਦੇ ਹਾਂ ਕਿ ਸਿੱਟਾ ਕੀ ਕੱਢਣਾ, ਕਨਕਲੂਜਨ ਕੀ ਨਿਕਲਦੀ ਆ। ਕਨਕਲੂਜਨ ਕੱਢਣ ਦੇ ਲਈ ਤੁਸੀਂ ਦੇਖੋ ਉਹਨੇ ਦਿੱਤਾ ਕਿ ਸਾਰੇ ਸ਼ੈਤਾਨਾਂ ਦੇ ਰੱਬ ਹੋਣ ਦੀ ਸੰਭਾਵਨਾ ਹੈ। ਸਾਰੇ ਸ਼ੈਤਾਨਾਂ ਦੇ ਰੱਬ ਹੋਣ ਦੀ, ਇੱਥੋਂ ਜੇ ਅਸੀਂ ਦੇਖੀਏ ਸ਼ੈਤਾਨ ਦਾ ਤੇ ਰੱਬ ਦਾ ਕੋਈ ਰਿਲੇਸ਼ਨ ਨਹੀਂਗਾ। ਠੀਕ ਹੈ, ਪਰ ਜੇਕਰ ਮੇਨ ਸਟਰਕਚਰ ਤੋਂ ਦੇਖਾਂ ਤਾਂ ਸਾਰੇ ਸ਼ੈਤਾਨ ਰੱਬ ਹੋ ਵੀ ਸਕਦੇ ਆ ਜਾਂ ਫਿਰ ਸਾਰੇ ਦੈਂਤ ਰੱਬ ਨਹੀਂਗੇ, ਇਹ ਵੀ ਬਣ ਸਕਦਾ। ਠੀਕ ਹੈ, ਸਾਰੇ ਦੈਂਤ ਕੀ ਆ ਰੱਬ ਆ, ਤਾਂ ਇਹ ਵੀ ਸਟਰਕਚਰ ਬਣ ਸਕਦਾ ਸੀ। ਤਾਂ ਉਸ ਦੇ ਕੋਰਸਪੋਂਡਿੰਗ ਜੇ ਅਸੀਂ ਦੇਖੀਏ ਕਿ ਜਿਹੜੇ ਸਾਰੇ ਦੈਂਤ ਸ਼ੈਤਾਨ ਆ, ਸਾਰੇ ਸ਼ੈਤਾਨ ਆ ਉਹ ਰੱਬ ਹੋ ਵੀ ਸਕਦੇ ਆ, ਨਹੀਂ ਵੀ ਹੋ ਸਕਦੇ। ਜਿੱਥੇ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਉੱਥੇ ਸੰਭਾਵਨਾ ਪੈਦਾ ਹੋ ਜਾਂਦੀ ਆ, ਤਾਂ ਮਤਲਬ ਪਹਿਲਾ ਕਥਨ ਠੀਕ ਆ। ਹੁਣ ਅੱਗੇ ਕੁਝ ਸ਼ੈਤਾਨ ਰੱਬ ਹਨ। ਕੁਝ ਸ਼ੈਤਾਨ ਆ ਜਿਹੜੇ ਉਹ ਰੱਬ ਹਨ, ਤਾਂ ਜਿਹੜੇ ਕੁਝ ਸ਼ੈਤਾਨ ਆ ਇਹਨਾਂ ਦੇ ਵਿੱਚੋਂ ਪਹਿਲੇ ਸਟਰਕਚਰ ਤੋਂ ਦੇਖੀਏ ਤਾਂ ਇੱਥੇ ਕੀ ਆ ਪਹਿਲਾ ਸਟਰਕਚਰ ਕਹਿ ਰਿਹਾ ਨਹੀਂਗੇ। ਠੀਕ ਹੈ, ਦੂਜਾ ਸਟਰਕਚਰ ਕਹਿ ਰਿਹਾ ਕਿ ਸਾਰੇ ਹੀ ਸ਼ੈਤਾਨ ਰੱਬ ਆ, ਸਾਰੇ ਹੀ ਸ਼ੈਤਾਨ ਰੱਬ ਆ ਦੂਜਾ ਸਟਰਕਚਰ ਗ੍ਰੀਨ ਵਾਲਾ। ਪਰ ਜੈਲੋ ਦੇ ਕੋਰਸਪੋਂਡਿੰਗ ਚੱਲੀਏ ਤਾਂ ਇਹ ਕਹਿ ਰਿਹਾ ਕਿ ਕੋਈ ਵੀ ਨਹੀਂਗਾ, ਤਾਂ ਦੈਟ ਮੀਨਸ ਇਹ ਕਥਨ ਸਾਡਾ ਫੋਲੋ ਨਹੀਂ ਕਰਦਾ, ਸਿਰਫ ਪਹਿਲਾ ਹੀ ਫੋਲੋ ਕਰਦਾ ਏ। ਜਦੋਂ ਪਹਿਲਾ ਫੋਲੋ ਕਰਦਾ ਤਾਂ ਆਪਸ਼ਨ ਦੇਖ ਲਓ ਕਿਹੜੀਆਂ ਕਿਹੜੀਆਂ ਦਿੱਤੀਆਂ ਹੋਈਆਂ ਨੇ ਤੁਹਾਨੂੰ। ਹਾਂਜੀ ਆਪਸ਼ਨ ਦੇ ਵਿੱਚ ਜਿਹੜੀਆਂ ਦਿੱਤੀਆਂ ਨੇ ਉਹ ਤੁਹਾਨੂੰ ਦਿੱਤੀ ਹੈ ਕਿ ਕੇਵਲ ਸਿੱਟਾ 1 ਪਾਲਣਾ ਕਰਦਾ ਏ, ਤਾਂ ਅਸੀਂ 1 ਲਗਾਤਾ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ ਹੇਠਾਂ ਦਿੱਤੀ ਲੜੀ ਨੂੰ ਲੁਪਤ ਲੜੀ ਦਾ ਜਿਹੜਾ ਪਦ ਲੱਭਣਾ ਵਾ, ਤਾਂ ਮਤਲਬ ਕੀ ਆ ਕਿ ਨੰਬਰ ਆਫ ਟਰਮਸ ਜਿਹੜੀ ਲੁਪਤ ਆ ਉਹ ਤੁਸੀਂ ਲੱਭਣੀ ਆ। ਸਭ ਤੋਂ ਪਹਿਲਾਂ ਦਿੱਤਾ PQ, ਫਿਰ ਦਿੱਤਾ VW। ਹੁਣ ਦੇਖੋ PQ ਤੋਂ ਬਾਅਦ ਵਾਲਾ ਤਾਂ ਅਸੀਂ ਲੱਭਣਾ ਨਾ, ਤਾਂ VW ਤੋਂ ਬਾਅਦ ਵਾਲਾ ਦੇਖ ਲਓ ਕਿ ਇਹਦੇ ਤੇ ਕਿਹੜਾ ਪ੍ਰੋਸੈਸ ਲੱਗ ਰਿਹਾ VW XYZ। ਮੈਂ ਤਾਂ ABC ਲਿਖ ਲਈ, ਤੁਸੀਂ ਕੋਡ ਵੀ ਦੇ ਸਕਦੇ ਹੋ। ਠੀਕ ਹੈ, ਹੁਣ ਇਹ ਦੇਖਣ ਤੋਂ ਬਾਅਦ ਮੈਨੂੰ ਇਹ ਪਤਾ ਲੱਗ ਰਿਹਾ ਵਾ ਕਿ ਉਹਨਾਂ ਨੇ ਕੀ ਕੀਤਾ ਹੋਇਆ VW ਸੀਰੀਜ਼ ਲੈ ਲਈ, YZ ਲੈ ਲਿਆ, X ਛੱਡਤਾ, ਤਾਂ ਮੈਂ ਸਿੱਧਾ ਹੀ PQ ਲਿਖ ਲੈਂਦੀ ਆ PQRST। ਠੀਕ ਹੈ ਜੀ,
ਹੁਣ ਜਦੋਂ मैं ये प्रोसैस यही जिहड़ी सीरीज़ बन रही है ना, ये चैन बन रही है एक, ये प्रोसैस नूं जदों मैं आ पहले ते लगावां तां मेरे कोले PQ तां दित्ता ही होया, मैं इहदे कोरसपोंडिंग जिवें इहने कीता होया ना इत्थे R छड्डती इहदी रीस नाल, मगर की बन गया ST, तां असीं ST लगा देवांगे कि PQ तो बाद ST हो जाऊगा, तो ऑप्शन ए इत्थे राइट आंसर है। अगला प्रश्न, जेकर MN दे पुत्तर दी मां दा भरा है, हाँ जी मैं तुहानूं ऑलरेडी करवा चुकी हाँ ब्लड रिलेशन बहुत चंगी तरह बोर्ड दे उपर तुसीं कर सकदे हो चैनल ते विजिट करके। उन्हें बोलिया जेकर MN दे पुत्तर दी मां दा भरा है, हुण देखो M पहलां आपां N दी गल करदे हां, N दे पुत्तर, N दा पुत्तर हेठां दी जनरेशन आ गया, N दा पुत्तर, ठीक है, N दा पुत्तर, फिर N दे पुत्तर दी मां, N दे पुत्तर दी मां कौन हुई, N दी घर वाली हुई, N दी वाइफ हुई, ठीक है, तो इत्थे हो गई इहदी वाइफ N दी, ठीक है जी, जिन्हों असीं प्लस नाल डिनोट कर दिंदे हां, इन्हां दा मजबूत रिश्ता पति पत्नी का रिश्ता है, ठीक है, इस करके मैं दो एरो बनाते, तो इत्थों मैनूं ये तां पता लग गया कि जिहड़ा N आ वो की आ मेल आ, मां तां फीमेल हो गई प्लस नाल डिनोट करता, पुत्तर नूं असी पुत्तर नूं प्लस नाल डिनोट करते हैं, फीमेल नूं माइनस नाल करते हैं, ठीक है, मेल नूं प्लस नाल। हुण अगे उन्हें बोलिया जेकर M N दे पुत्तर दी मां दा भरा है, हुण मां दा भरा बराबर दी जनरेशन जी आ गया ना, M भरा भी की आ मेल आ, तां M दा N नाल की रिश्ता, M दा N नाल की रिश्ता, M की होया फिर M दा N नाल की रिश्ता होया, N आ जिहड़ा N दी पत्नी, N दा M नाल की रिश्ता वा, N दी पत्नी दा भरा वा ना M, तो असीं ला देवांगे ऑप्शन बी इज द राइट आंसर। वैसे तो भैन दा पति भी राइट बन सकदा वा, ठीक है, इहदे कोरसपोंडिंग उन्हें तुसीं ध्यान इत्थे तुसीं ध्यान दोगे कि उन्हें पुछया की है M दा N नाल की रिश्ता है, साडा स्ट्रक्चर बनिया सी ए वाला, पुत्तर आ गया सी हेठां, इत्थे सीगी ओहदी वाइफ पई, ठीक है, वाइफ नूं आपां कोई भी नाम दे दो, P दे दो, उस तो बाद नाल की पिया वा M, ठीक है, तो इत्थे की आपां कह सकदे हां कि N दा इहदे नाल की रिश्ता होया कि ओहदी वाइफ दा भरा वा M, ठीक है। अगे आ जी, 6 दोस्त P Q R S T अते U दी उमर ਵੱਖ-ਵੱਖ है, ठीक है, ਵੱਖ-ਵੱਖ दित्ती हुई आ उमर, Q तो जिहड़े वड्डे व्यक्तियों की संख्या वा ओह इस तो छोटे व्यक्तियों की संख्या का 3 गुणा है। हुण Q तो जिहड़े वड्डे व्यक्ति आ, Q तो वड्डे व्यक्तियों की गिणती इस तो छोटे व्यक्तियों की संख्या का 3 गुणा है। इसका मतलब की बनिया कि इसलिए सिर्फ एक ही व्यक्ति इस तो छोटा है, यही बनिया ना कि क्योंकि व्यक्ति किन्ने ने 6 आ, ठीक है, तो Q तो वड्डे व्यक्तियों की जिहड़ी संख्या वा वो इस तो छोटे व्यक्तियों की संख्या का 3 गुणा है। तो इसका मतलब ये हो गया कि जिहड़े सिर्फ एक ही व्यक्ति है इस तरह का वा जिहड़ा इस तो छोटा है, मैं इत्थे बना ली S, अते 3 व्यक्ति की होणगे Q तो वड्डे होणगे, 3 व्यक्ति की होणगे Q तो वड्डे होणगे। अगली लाइन देखते हैं, P इस तो भी छोटा है, हुण एक ही व्यक्ति सी जिहड़ा इस तो छोटा है वो निकल गया P। अगे P इस तो छोटा है, U R तो भी छोटा वा, हुण U दिता होया कोई जिहड़ा की आ U आ जिहड़ा वो की आ R तो छोटा है, पर R तो छोटा तो R ऊपर होगी, पर किहदे तो वड्डा है, पर T तो वड्डा है, पर T तो वड्डा है, तो इत्थे आ गई T, आ बन गया जी स्ट्रक्चर। हुण देखते अगे उन्हें पूछा गया, तो दूजा सब तो वड्डा व्यक्ति कौन आ, तो दूजे नंबर ते देख लो सब तो वड्डा R, फिर छोटा U, तो दूजे नंबर ते वड्डा वा जिहड़ा वो U आ, ऑप्शन सी इज द राइट आंसर, ठीक है जी। अगला प्रश्न, हेठां दित्तियां विचों किहड़ी उत्तर किरती प्रश्न किरती की लड़ी नूं पूरा करती है। हाँ जी, प्रश्न किरती की लड़ी नूं किहड़ी लड़ी पूरा करती है। सब तो पहला देखो तुसीं, पहला ही स्टार, ये हो गया रोटेट हो रहा ना, घूम रहा वा, दूजे डब्बे च जाके ये बन गया, दूजे जाके डब्बे ते ये चलिया गया तां उपर, ठीक है, यदी जगह ते हैगी ट्रायंगल, देख सकते हो तुसीं, ठीक है, फिर ये घूम गया रोटेट हो गया तो इत्थे बन गया, फिर स्टार हेठां आ गया, जो अगले च जावांगे तो सब तो हेठां आ जाना, इत्थे घूम के ने इत्थे आ जाना, ठीक है, इत्थे बन गया स्टार। हुण स्टार तो हेठां सारियां ऑप्शनां च ही पिया वा, ठीक है, हुण सवाल ये पैदा हुंदा
ਕਿ ਸਟਾਰ ਤਾਂ ਹੇਠਾਂ ਸਾਰੇ ਆਪਸ਼ਨਾਂ 'ਚ ਹੀ ਆ, ਇੱਥੇ ਕਿਹੜੀ ਆਪਸ਼ਨ ਆਊਗੀ? ਦੇਖੋ ਫਿਰ ਤੁਸੀਂ, ਜਿਵੇਂ ਹੀ ਸਟਾਰ ਰੋਟੇਟ ਹੋਇਆ ਸਟਾਰ ਬਣ ਗਿਆ ਇੱਥੇ, ਠੀਕ ਹੈ, ਸਟਾਰ ਬਣ ਗਿਆ ਇੱਥੇ, ਆਪਾਂ ਅਲੱਗ ਬਣਾ ਲੈਂਦੇ ਆ, ਠੀਕ ਹੈ। ਸਟਾਰ ਜਦੋਂ ਰੋਟੇਟ ਹੋਇਆ, ਪਹਿਲਾਂ ਰੋਟੇਟ ਹੋਇਆ ਉੱਪਰ ਚਲਿਆ ਗਿਆ, ਫਿਰ ਰੋਟੇਟ ਹੋਇਆ ਇੱਧਰ ਆ ਗਿਆ, ਫਿਰ ਜਦੋਂ ਰੋਟੇਟ ਹੋ ਗਿਆ ਇੱਧਰ ਬਣ ਗਿਆ ਸਟਾਰ। ਸਟਾਰ ਜਿਵੇਂ ਹੀ ਰੋਟੇਟ ਹੋਵੇਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਤੀਰ ਆ ਉਹਦਾ ਮੂੰਹ ਉੱਪਰ ਨੂੰ ਹੋ ਜਾਊਗਾ, ਠੀਕ ਹੈ। ਜਿਵੇਂ ਹੀ ਤੀਰ ਦਾ ਫੇਸ ਉੱਪਰ ਨੂੰ ਹੋਊਗਾ ਤਾਂ ਨਾਲ ਹੀ ਨਾਲ ਜਿਹੜਾ ਸਰਕਲ ਆ ਉਹਦਾ ਫੇਸ ਵੀ ਉੱਪਰ ਨੂੰ ਹੀ ਹੋਊਗਾ, ਉੱਪਰ, ਕਿਉਂਕਿ ਸਾਰੇ ਸਰਕਲ ਦੇ ਵਿੱਚ ਜਿਹੜਾ ਸਰਕਲ ਆ ਉਹ ਕੀ ਆ, ਉੱਪਰ ਬਣਿਆ ਹੋਇਆ, ਪਾਣੀ ਉੱਪਰ ਪਿਆ ਸਰਕਲ ਦੇ, ਠੀਕ ਹੈ। ਉਸ ਤੋਂ ਬਾਅਦ ਦੇਖੋ, ਉਸ ਤੋਂ ਬਾਅਦ ਕਿਹੜੀ ਰਹਿ ਗਈ? ਟ੍ਰਾਇੰਗਲ, ਤਾਂ ਹੀ ਬਣ ਗਈ। ਸਾਰਿਆਂ 'ਚ ਇਹੀ ਸਟਰਕਚਰ ਬਣ ਰਿਹਾ, ਹੁਣ ਤੁਸੀਂ ਦੇਖ ਸਕਦੇ ਹੋ ਆਪ। ਤਾਂ ਮੇਨਲੀ ਗੱਲ ਇਹ ਆ ਕਿ ਜਿਹੜੀ ਫੁੱਟਬਾਲ ਪਈ ਆ, ਜਿਹੜੀ ਫੁੱਟਬਾਲ ਪਈ ਆ ਉਹਦਾ ਪਾਣੀ ਉੱਪਰ ਚਾਹੀਦਾ, ਤੇ ਆਪਸ਼ਨ ਏ 'ਚ ਹੀ ਆ, ਇਹ ਸਟਰਕਚਰ ਆਪਸ਼ਨ ਏ 'ਚ ਹੀ ਬਣ ਰਿਹਾ ਜਦੋਂ ਰੋਟੇਟ ਹੋ ਰਹੇ ਆ ਇਹ, ਠੀਕ ਹੈ ਜੀ। ਇਹ ਸੀਗੇ ਸਾਡੇ 40 ਸਵਾਲ ਜਿਹੜੇ ਕਿ ਪੂਰੇ ਹੋ ਚੁੱਕੇ ਆ। ਹਾਂਜੀ, ਇਹ ਮੌਕ ਟੈਸਟ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ।